ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ का खालसा वाहिगुरु जी की फतेह। जी की फतेह जी फतेह। संगत जी जो ਅੱਜ ਅਸੀਂ ਸ਼ਬਦ ਲੈ ਕੇ ਆਏ ਆ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ, ਸਾਚੀ ਪ੍ਰੀਤ ਨਾ ਟੁੱਟਈ ਪਿਆਰੇ, ਜੁਗ ਜੁਗ ਰਹੀ ਸਮਾਏ। ਸੰਗਤ ਜੀ ਹੁਣ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਸਾਚੀ ਪ੍ਰੀਤ, ਸੱਚੀ ਪ੍ਰੀਤ ਜਦੋਂ ਪ੍ਰਭੂ ਦੇ ਨਾਲ ਲੱਗ ਜਾਂਦੀ ਹੈ, ਸਾਚੀ ਪ੍ਰੀਤ ਨਾ ਟੁੱਟਈ ਪਿਆਰੇ। ਇਹ ਮੇਰੇ ਵਾਹਿਗੁਰੂ ਹੁਣ ਮੇਰੇ ਨਾਲ ਤੇਰੀ ਸੱਚੀ ਪ੍ਰੀਤ, ਸੱਚੀ ਲਗਨ, ਸੱਚਾ ਪ੍ਰੇਮ ਪੈਦਾ ਹੋ ਗਿਆ ਹੈ। ਹੁਣ ਮੇਰੇ ਤੇ ਇੰਨੀ ਕਿਰਪਾ ਕਰ ਕਿ ਜੁਗ ਜੁਗ ਤੱਕ ਇਹ ਮੇਰੇ ਹਿਰਦੇ ਚੋਂ ਤੇਰਾ ਨਾਮ ਨਾ ਨਿਕਲੇ। ਇਹ ਹਮੇਸ਼ਾ ਹਮੇਸ਼ਾ ਵਾਸਤੇ ਜੁਗਾਂ ਜੁਗਾਂ ਤੱਕ, ਜਨਮਾਂ ਜਨਮਾਂ ਤੱਕ ਮੇਰੇ ਹਿਰਦੇ ਵਿੱਚ ਜੋ ਤੇਰੇ ਨਾਮ ਦੀ ਪ੍ਰੀਤ ਮੇਰੇ ਹਿਰਦੇ 'ਚ ਪੈਦਾ ਹੋ ਗਈ ਹੈ, ਉਹ ਪ੍ਰੀਤ ਹੁਣ ਹਮੇਸ਼ਾ ਹੀ ਰਵੇ। ਜਨਮ ਮਰਨ ਦੁੱਖ ਕਟਿਐ ਪਿਆਰੇ, ਜਬ ਭੇਟੈ ਹਰ ਰਾਏ। ਜਨਮ ਮਰਨ ਦੁੱਖ ਕਟਿਐ ਪਿਆਰੇ। हे ਭਾਈ, ਜਦੋਂ ਪ੍ਰਭੂ ਮਿਲ ਜਾਂਦਾ ਹੈ ਨਾ, ਤੇ ਜਨਮ ਮਰਨ ਦਾ ਜਿਹੜਾ ਗੇੜਾ ਹੁੰਦਾ, ਜਿਹੜਾ ਜਨਮ ਮਰਨ ਇਹ ਆਵਾਗਮਨ ਹੈਗਾ ਨਾ, ਇਹ ਸਾਰੇ ਦੁੱਖ ਤਕਲੀਫਾਂ ਖਤਮ ਹੋ ਜਾਂਦੀਆਂ। ਇਹ ਜਨਮ ਮਰਨ ਦਾ ਗੇੜਾ ਹੀ ਖਤਮ ਹੋ ਜਾਂਦਾ। ਕਦੋਂ? ਜਬ ਭੇਟੈ ਹਰ ਰਾਏ, ਜਦੋਂ ਵਾਹਿਗੁਰੂ ਦੇ ਨਾਮ ਨਾਲ ਸਾਡਾ ਮੇਲ ਹੁੰਦਾ ਹੈ। ਸੁੰਦਰ ਸੁਘਰ ਸੁਜਾਨ ਪ੍ਰਭ ਮੇਰਾ, ਜੀਵਨ ਦਰਸ ਦਿਖਾਏ। ਜਿਹੜਾ ਮੇਰਾ ਪ੍ਰਭ ਮੇਰਾ, ਜਿਹੜਾ ਮੇਰਾ ਪ੍ਰਭੂ ਹੈ ਨਾ, ਉਹ ਕੌਣ ਹੈ? ਉਹ ਬੜਾ ਸੁੰਦਰ ਹੈ, ਬੜਾ ਸੁਚੱਜਾ ਹੈ ਔਰ ਬੜਾ ਸੂਝਵਾਨ ਹੈ। ਉਹ ਬੜਾ ਸਿਆਣਾ ਹੈ। ਜੀਵਨ ਦਰਸ ਦਿਖਾਏ। ਉਹ ਜਦੋਂ ਮੈਨੂੰ ਦਰਸ਼ਨ ਦਿੰਦਾ ਹੈ ਨਾ, ਤੇ ਮੇਰੇ ਜੀਵਨ ਦਾ ਨਾ, ਮੈਨੂੰ ਏਦਾਂ ਲੱਗਦਾ ਕਿ ਮੇਰੇ ਅੰਦਰ ਨਾ ਉਹਨੇ ਨਵੀਂ ਜਾਨ ਭਰ ਦਿੱਤੀ ਹੈ। ਉਹ ਮੇਰੇ ਜੀਵਨ ਦਾ ਆਸਰਾ ਬਣ ਗਿਆ ਹੈ। ਉਹ ਮੇਰੇ ਜੀਵਨ ਦਾ ਜਦੋਂ ਮੈਨੂੰ ਉਹਦੇ ਦਰਸ਼ਨ ਹੁੰਦੇ ਨੇ, ਤੇ ਮੈਨੂੰ ਨਾ ਇੱਕ ਨਵਾਂ ਜੀਵਨ ਪ੍ਰਾਪਤ ਹੋ ਜਾਂਦਾ ਉਹਦੇ ਦਰਸ਼ਨ ਕਰਕੇ। ਜੋ ਜੀ ਤੁਝ ਤੇ ਵਿਛੜੇ ਪਿਆਰੇ, ਜਨਮ ਮਰੈ ਬਿਕ ਖਾਏ। ਬਾਣੀ ਚ ਸੰਗਤ ਜੀ ਲਿਖਿਆ ਹੈ ਕਿ ਇਹ ਮਨੁੱਖਾ ਜੀਵਨ ਤਾਂ ਸਾਨੂੰ ਨਾਮ ਸਿਮਰਨ ਵਾਸਤੇ ਮਿਲਿਆ ਹੈ, ਭਜਨ ਬੰਦਗੀ ਕਰਨ ਵਾਸਤੇ ਮਿਲਿਆ ਹੈ। ਔਰ ਉਹਨੂੰ ਜਿਹੜਾ ਵਿਛੜਿਆ, ਕਿਹਨੂੰ ਕਿਹਾ ਹੈ ਵਿਛੜਿਆ? ਇਹ ਨਹੀਂ ਕੋਈ ਆਪਣੇ ਸਗੇ ਸੰਬੰਧੀਆਂ ਤੋਂ ਵਿਛੜ ਗਿਆ ਹੈ। ਵਿਛੜਿਆ ਉਹਨੂੰ ਕਿਹਾ ਹੈ, ਮਨੁੱਖ ਨੂੰ, ਜਿਹੜਾ ਕਿ ਇਹ ਦੁਨੀਆ ਤੇ ਆ ਕੇ ਸਾਰੀ ਚਕਾਚੌਂਧ ਇਹ ਮਾਇਆ ਚ ਫਸ ਕੇ ਜੋ ਪ੍ਰਭੂ ਨੂੰ ਭੁੱਲ ਜਾਂਦਾ ਹੈ, ਜੋ ਪ੍ਰਭੂ ਤੋਂ ਵਿਛੜ ਜਾਂਦਾ, ਉਹ ਮਨੁੱਖ ਵਿਛੜਿਆ ਹੈ। ਤੇ ਇੱਥੇ ਲਿਖਿਆ ਹੈ, ਜੋ ਜੀ ਤੁਝ ਤੇ ਵਿਛੜੇ ਪਿਆਰੇ, ਜੋ ਤੇਰੇ ਤੋਂ ਵਿਛੜ ਗਏ ਨੇ ਨਾ, ਉਹ ਕੌਣ ਨੇ? ਜਨਮ ਮਰੈ ਬਿਕ ਖਾਏ। ਉਹ ਤੇ ਫਿਰ ਜੀਂਦੇ ਜੀ ਹੀ ਮਰਿਆ ਹੋਇਆ ਦੇ ਬਰਾਬਰ ਹੈ। ਕਿਉਂ? ਕਿਉਂਕਿ ਉਹਨਾਂ ਦੀ ਆਤਮਾ ਮਰੀ ਹੋਈ ਹੈ। ਸੰਗਤ ਜੀ, ਅਸੀਂ ਕਹਿੰਦੇ ਆ ਨਾ, ਇਹਦਾ ਤੇ ਦੀਨ ਇਮਾਨ ਹੀ ਖਤਮ ਹੋ ਗਿਆ, ਇਹਦੀ ਤੇ ਆਤਮਾ ਹੀ ਮਰ ਗਈ ਹੈ। ਪਰ ਆਤਮਾ ਉਹਦੀ ਮਰਦੀ ਹੈ ਜਿਹਨੂੰ ਵਾਹਿਗੁਰੂ ਯਾਦ ਨਹੀਂ ਰਹਿੰਦਾ। ਬੁਰੇ ਕੰਮ ਉਹੀ ਕਰਦਾ ਹੈ ਜਿਹਨੂੰ ਵਾਹਿਗੁਰੂ ਯਾਦ ਨਹੀਂ ਰਹਿੰਦਾ। ਬੁਰੇ ਮਾਰਗ ਤੇ ਉਹੀ ਤੁਰਦਾ ਹੈ ਜਿਹੜਾ ਵਾਹਿਗੁਰੂ ਤੋਂ ਵਿਛੜਿਆ ਹੁੰਦਾ ਹੈ। ਤੇ ਜਨਮ ਮਰੈ ਬਿਕ ਖਾਏ, ਉਹਦਾ ਤਾਂ ਜੀਵਨ ਹੀ ਤ੍ਰਿਗ ਲਿਖਿਆ ਹੈ ਬਾਣੀ ਚ, ਕਿ ਜਿਹੜਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਉਹਦੇ ਜੀਣ ਤੇ ਧਿਕਾਰ ਲਿਖਿਆ ਹੈ, ਤ੍ਰਿਗ ਜੀਵਣਾ ਲਿਖਿਆ ਹੈ ਉਹਦੇ ਵਾਸਤੇ। ਜਿਸ ਤੂੰ ਮਿਲੈ ਸੋ ਮਿਲੈ ਪਿਆਰੇ। ਹੇ ਵਾਹਿਗੁਰੂ, ਜਿਸ ਮਨੁੱਖ ਤੇ ਤੇਰੀ ਕਿਰਪਾ ਹੁੰਦੀ ਹੈ ਨਾ, ਉਹੀ ਤੈਨੂੰ ਮਿਲ ਸਕਦਾ ਹੈ। ਜਿਹਦੇ ਤੂੰ ਕਿਰਪਾ ਕਰਦਾ ਹੈ ਨਾ, ਹੇ ਵਾਹਿਗੁਰੂ, ਉਹਦੇ ਹੀ ਇਹ ਭਾਗ ਜਾਗਦੇ ਨੇ। ਉਹੀ ਪ੍ਰਭੂ ਆਪ ਜੀ ਨੂੰ ਮਿਲ ਸਕਦਾ ਹੈ। ਕੋਈ ਸੰਗਤ ਜੀ, ਹਰੇਕ ਕੋਈ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ। ਬੜਾ ਭਾਗਾਂ ਵਾਲਾ ਹੁੰਦਾ ਹੈ ਜਿਹੜਾ ਕਿ ਜਿਹਦਾ ਮੇਲ ਪ੍ਰਮਾਤਮਾ ਦੇ ਨਾਮ ਨਾਲ ਹੁੰਦਾ ਹੈ। ਕੋਈ ਲੱਖਾਂ ਕਰੋੜਾਂ ਚੋਂ ਕੋਈ ਇੱਕ ਹੁੰਦਾ ਹੈ। ਸਾਡਾ ਨੰਬਰ ਤੇ ਸੰਗਤ ਜੀ ਪਤਾ ਨਹੀਂ ਆਣਾ ਹੀ ਕਿ ਨਹੀਂ ਆਣਾ। ਸਾਡਾ ਪ੍ਰੇਮ ਹੀ ਨਹੀਂ ਜਾਗਿਆ ਵਾਹਿਗੁਰੂ ਨੂੰ ਮਿਲਣ ਦਾ, ਤੇ ਸਾਡਾ ਨੰਬਰ ਕਿੱਥੇ ਆਣਾ ਕਿ ਅਸੀਂ ਵਾਹਿਗੁਰੂ ਨੂੰ ਮਿਲੀਏ।
ਜਿਸ ਤੂੰ ਮੇਲੇ, ਜਿਹਦੇ ਤੇ ਵਾਹਿਗੁਰੂ ਕਿਰਪਾ ਕਰ ਦਿੰਦੇ ਨੇ ਨਾ, ਉਹ ਚੁਣਦੇ ਨੇ ਕਿ ਇਹ ਬੰਦਾ ਇਹਦੇ ਤੇ ਕਿਰਪਾ ਕਰਨੀ ਹੈ, ਉਹ ਹੀ ਭਾਗਵਾਨ ਹੁੰਦਾ ਹੈ, ਜਿਹੜਾ ਕਿ ਪ੍ਰਭੂ ਨੂੰ ਮਿਲਦਾ ਹੈ। ਤੇ ਫਿਰ ਉਸ ਨੂੰ ਉਹਨੂੰ ਭਾਗਵਾਨ ਇਸ ਲਈ ਕਿਹਾ ਹੈ ਕਿ ਇੱਕ ਤੇ ਪ੍ਰਭੂ ਨੂੰ ਮਿਲਦਾ ਹੈ, ਤੇ ਉੱਪਰੋਂ ਲਿਖਿਆ ਹੈ ਤਿਸਕੇ ਲਾਗੂ ਪਾਏ, ਕਿ ਜਿਹੜਾ ਉਹ ਵਡਭਾਗੀ ਮਨੁੱਖ ਹੈ ਨਾ, ਜਿਹਦੇ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਹੇ ਵਾਹਿਗੁਰੂ ਮੈਨੂੰ ਉਹਦੇ ਨਾਲ ਹੀ ਮਿਲਾ ਦੇ, ਮੈਂ ਉਹਦੇ ਹੀ ਚਰਨ ਸਪਰਸ਼ ਕਰ ਲਾਂ, ਮੈਂ ਉਹਨੂੰ ਹੀ ਨਤਮਸਤਕ ਕਰ ਲਾਂ। ਕਿਉਂਕਿ ਜਿਹੜਾ ਬੰਦਾ ਬਾਣੀ ਪੜ੍ਹਦਾ ਹੈ, ਜਿਹੜਾ ਮਨੁੱਖ ਵਾਹਿਗੁਰੂ ਦੇ ਨਾਲ ਜੁੜਿਆ ਹੁੰਦਾ ਹੈ ਨਾ ਸੰਗਤ ਜੀ, ਸਾਡਾ ਜੀਵਨ ਉਹਨੂੰ ਵੇਖ ਕੇ, ਉਹਦੇ ਦਰਸ਼ਨ ਕਰਕੇ ਹੀ, ਉਹਦੇ ਹੀ ਚਰਨ ਪਰਸਨ ਦੇ ਨਾਲ ਹੀ ਸਾਨੂੰ ਬੜਾ ਸੁੱਖ ਪ੍ਰਾਪਤ ਹੁੰਦਾ ਹੈ। ਕਿਉਂਕਿ ਜਿਹੜਾ ਵਾਹਿਗੁਰੂ ਦਾ ਪਿਆਰਾ ਹੁੰਦਾ ਹੈ ਨਾ, ਉਹ ਤੇ ਸਭਨਾ ਦਾ ਪਿਆਰਾ ਹੁੰਦਾ, ਵਾਹਿਗੁਰੂ ਦਾ ਪਿਆਰਾ ਹੁੰਦਾ, ਉਹ ਸਾਰਿਆਂ ਦਾ ਭਲਾ ਮੰਗਦਾ, ਉਹ ਸਾਰਿਆਂ ਨੂੰ ਪ੍ਰਭੂ ਦੇ ਨਾਲ ਜੁੜਨ ਦਾ ਰਸਤਾ ਦੱਸਦਾ, ਉਹ ਸਾਰਿਆਂ ਤੇ ਕਿਰਪਾ ਕਰਦਾ। ਤੇ ਜਿਸ ਤੂੰ ਮਿਲੈ ਸੋ ਮਿਲੈ ਪਿਆਰੇ, ਜਿਹਦੇ ਤੇ ਤੂੰ ਵਾਹਿਗੁਰੂ ਹੈ ਬਾਬਾ ਜੀ, ਜਿਹਦੇ ਤੇ ਤੁਸੀਂ ਕਿਰਪਾ ਕਰਦੇ ਹੋ ਨਾ, ਉਹਨੂੰ ਹੀ ਉਹ ਸੁੱਖ ਪ੍ਰਾਪਤ ਹੁੰਦਾ ਹੈ ਤੁਹਾਨੂੰ ਮਿਲਣ ਦਾ। ਤੇ ਬਾਬਾ ਜੀ ਮੈਨੂੰ ਐਸੇ ਮਨੁੱਖ ਦੇ ਨਾਲ ਮਿਲਾ ਦੋ, ਮੈਂ ਉਹਦੇ ਹੀ ਪੈਰੇ ਤੇ ਪੈ ਜਾਵਾਂ, ਮੈਂ ਉਹਨੂੰ ਹੀ ਨਤਮਸਤਕ ਹੋ ਜਾਵਾਂ, ਉਹਦੇ ਪੈਰਾਂ ਨੂੰ ਮੈਂ ਹੱਥ ਲਗਾ ਲਵਾਂ। ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਮੁਖ ਤੇ ਕਹਿਣ ਨਾ ਜਾਏ। ਔਰ ਸੰਗਤ ਜੀ, ਇਹ ਜੋ ਮਨੁੱਖ ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਜਿਹੜੇ ਤੇਰੇ ਦਰਸ਼ਨ ਕਰਕੇ ਜਿਹੜਾ ਆਨੰਦ ਮਾਣਦੇ ਨੇ, ਸੁਖ ਮਾਣਦੇ ਨੇ ਨਾ, ਉਹ ਤੇ ਮੂੰਹ ਤੋਂ ਬੋਲ ਹੀ ਨਹੀਂ ਸਕਦੇ, ਕਿਉਂਕਿ ਉਹ ਇਹੋ ਜਿਹਾ ਆਨੰਦ ਹੈ ਕਿ ਉਹ ਆਨੰਦ ਬਖਾਣ ਕਰਨ ਵਾਸਤੇ ਸੰਗਤ ਜੀ ਕੋਈ ਸ਼ਬਦ ਨਹੀਂ ਹੁੰਦੇ। ਤੇ ਲਿਖਿਆ ਹੈ ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਹੈ ਵਾਹਿਗੁਰੂ, ਜੇ ਉਹ ਕਿੰਨੇ ਵਡਭਾਗੀ ਮਨੁੱਖ ਨੇ ਜਿਹੜੇ ਆਪ ਜੀ ਦਾ ਦਰਸ਼ਨ ਕਰਦੇ ਨੇ, ਔਰ ਉਹ ਜਿਹੜੇ ਦਰਸ਼ਨ ਕਰਦੇ ਨੇ ਉਹਨਾਂ ਨੂੰ ਕਿੰਨਾ ਸੁਖ ਪ੍ਰਾਪਤ ਹੁੰਦਾ ਹੈ, ਉਹ ਕਿੰਨਾ ਆਨੰਦ ਮਾਣਦੇ ਨੇ ਆਪ ਜੀ ਦੇ ਦਰਸ਼ਨ ਕਰਕੇ। ਤੇ ਉਹ ਇਹੋ ਜਿਹੇ ਦਰਸ਼ਨ ਹੁੰਦੇ ਨੇ ਕਿ ਦਰਸ਼ਨ ਕਰਕੇ ਉਹ ਮੁਖ ਤੋਂ ਬਖਿਆਨ ਨਹੀਂ ਕਰ ਸਕਦੇ ਕਿ ਉਹ ਕਿਹੋ ਜਿਹਾ ਆਨੰਦ ਹੁੰਦਾ ਹੈ, ਕਿਹੋ ਜਿਹਾ ਸੁਖ ਹੁੰਦਾ ਹੈ। ਸਾਚੀ ਪ੍ਰੀਤ ਨਾ ਟੁੱਟਈ ਪਿਆਰੇ, ਜੁਗ ਜੁਗ ਰਹੀ ਸਮਾਏ, ਹੈ ਵਾਹਿਗੁਰੂ, ਜਿਹੜੇ ਮੇਰੇ ਮਨ ਦੇ ਵਿੱਚ ਤੈਨੂੰ ਮਿਲਣ ਦੀ ਪਿਆਸ ਜਾਗੀ ਹੈ, ਉਹ ਵਾਹਿਗੁਰੂ ਹੁਣ ਇੰਨੀ ਕਿਰਪਾ ਕਰੋ ਕਿ ਇਹ ਲਗਨ, ਇਹ ਮੇਰੇ ਮਨ 'ਚ ਜੁਗਾਂ ਜੁਗ ਜਨਮਾਂ ਜਨਮਾਂ ਤੱਕ ਇਹ ਮੇਰੇ ਮਨ 'ਚ ਇਹ ਪਿਆਸ ਬਣੀ ਰਵੇ। ਜੋ ਤੁਧ ਭਾਵੈ ਸੋ ਭਲਾ ਪਿਆਰੇ, ਤੇਰੀ ਅਮਰ ਰਜਾਏ। ਹੇ ਵਾਹਿਗੁਰੂ, ਹੇ ਪਰਮਾਤਮਾ, ਜੋ ਤੁਸੀਂ ਕਰਦੇ ਹੋ ਉਹਦੇ ਚ ਵਿੱਚ ਹੀ ਸਾਰਿਆਂ ਦਾ ਭਲਾ ਹੈ, ਪੂਰੀ ਸ੍ਰਿਸ਼ਟੀ ਦਾ ਭਲਾ ਹੈ ਜੋ ਤੁਸੀਂ ਕਰਦੇ ਹੋ। ਜੋ ਤੁਧ ਭਾਵੈ ਸੋ ਭਲਾ ਪਿਆਰੇ, ਉਹਦੇ ਵਿੱਚ ਹੀ ਸਾਰਿਆਂ ਦਾ ਭਲਾ ਹੈ। ਔਰ ਤੇਰੀ ਅਮਰ ਰਜਾਏ, ਜੋ ਤੈਨੂੰ ਭਾਉਂਦਾ ਹੈ ਨਾ ਪ੍ਰਮਾਤਮਾ, ਉਹੀ ਹੁੰਦਾ ਹੈ, ਔਰ ਉਹਦੇ ਚ ਹੀ ਸਾਨੂੰ ਸੁੱਖ ਮਾਨਣਾ ਚਾਹੀਦਾ ਹੈ, ਉਹਦੇ ਚ ਹੀ ਸਾਰਿਆਂ ਦਾ ਭਲਾ ਹੈ। ਤੇਰੀ ਅਮਰ ਰਜਾਏ, ਜੇ ਤੇਰੀ ਰਜ਼ਾ ਹੈ ਨਾ, ਜੋ ਤੁਸੀਂ ਕਰਨਾ ਚਾਹੁੰਦੇ ਹੋ, ਜੋ ਤੁਹਾਡਾ ਹੁਕਮ ਹੈ, ਉਹ ਅਮਰ ਹੈ, ਉਹ ਅਟਲ ਹੈ, ਜੋ ਤੁਸੀਂ ਕਰਨਾ ਹੈ, ਜੋ ਤੁਹਾਨੂੰ ਭਾਉਂਦਾ ਹੈ, ਉਹੀ ਹੋਣਾ ਹੈ, ਸਾਡੇ ਚਾਹੁਣ ਦੇ ਨਾਲ ਕੁਝ ਨਹੀਂ ਹੋਣਾ। ਇਸ ਲਈ ਵਾਹਿਗੁਰੂ ਜੀ, ਜੋ ਤੁਸੀਂ ਕਰਦੇ ਹੋ ਉਹਦੇ ਵਿੱਚ ਹੀ ਪੂਰੇ ਸ੍ਰਿਸ਼ਟੀ ਦੀ, ਪੂਰੇ ਜੀਵ ਜੰਤੂਆਂ ਦੀ, ਪੂਰੇ ਮਨੁੱਖਾਂ ਦੀ ਉਹਦੇ ਵਿੱਚ ਹੀ ਭਲਾਈ ਹੈ, ਔਰ ਆਪ ਜੀ ਦਾ ਹੁਕਮ ਅਟਲ ਹੈ, ਤੁਹਾਡੀ ਰਜ਼ਾ ਦੇ ਵਿੱਚ ਹੀ ਅਸੀਂ ਰਹਿਣਾ ਹੈ। ਨਾਨਕ ਰੰਗ ਰਤੇ ਨਾਰਾਇਣ ਪਿਆਰੇ, ਮਾਤੇ ਸਹਿਜ ਸੁਭਾਏ। हे ਮੇਰੇ ਵਾਹਿਗੁਰੂ, ਜੋ ਤੇਰੇ ਰੰਗ ਦੇ ਵਿੱਚ, ਹੈ ਮੇਰੇ ਪਰਮਾਤਮਾ, ਜੋ ਤੇਰੇ ਰੰਗ ਦੇ ਵਿੱਚ ਰੰਗੇ ਹੋਏ ਨੇ ਨਾ, ਜੋ ਨਾਰਾਇਣ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ, ਜੋ ਬਾਬਾ ਜੀ ਦੇ ਪਿਆਰ ਦੇ ਵਿੱਚ ਰੰਗੇ ਹੋਏ ਨੇ, ਮਾਤੇ ਸਹਿਜ ਸੁਭਾਏ, ਉਹ ਤੇ ਫਿਰ ਉਹਨਾਂ ਨੂੰ ਨਾ, ਉਹਨਾਂ ਦੀ ਸਹਿਜ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਨੂੰ ਸਾਰਾ ਕੁਝ ਭਾਣਾ ਮੰਨਾ ਆ ਜਾਂਦਾ ਹੈ, ਉਹਨਾਂ ਨੂੰ ਸਹਿਜ ਅਵਸਥਾ 'ਚ ਰਹਿਣਾ ਆ ਜਾਂਦਾ, ਉਹ ਆਨੰਦ ਹੀ ਆਨੰਦ ਮਾਣਦੇ ਆ, ਜੋ ਹੋ ਜਾਂਦਾ ਹੈ ਪਰਮਾਤਮਾ ਦੀ ਰਜ਼ਾ ਦੇ ਵਿੱਚ, ਉਹ ਆਨੰਦ ਹੀ ਮਾਣਦੇ ਨੇ। ਸੰਗਤ ਜੀ, ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਆਪ ਜੀ ਨੂੰ ਬਹੁਤ ਜਾਣਕਾਰੀ ਹੈ ਸਤਿਗੁਰਾਂ ਦੇ
ਜੀਵਨ ਦੇ ਬਾਰੇ ਜਿੰਨਾ ਜਿੰਨਾ ਹੁੰਦਾ ਹੈ ਸਭ ਸੁਣਦੇ ਨੇ, ਸਭ ਗੁਰਮੁਖ ਪਿਆਰੇ ਜੁੜ ਕੇ ਬੈਠਦੇ ਨੇ। ਸੰਗਤ ਜੀ, ਸ਼ਹੀਦੀ ਪਾਤਸ਼ਾਹ ਦੀ ਹੋਈ, ਇਹਦੇ ਬੜੇ ਸਾਰੇ ਕਾਰਨ ਸੀ, ਪਰ ਜਿਹੜੇ ਮੁੱਖ ਕਾਰਨ ਸੀ, ਇੱਕ ਤੇ ਸੰਗਤ ਜੀ ਪਰਿਵਾਰਿਕ ਈਰਖਾ, ਕਿਉਂਕਿ ਜੋ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਭਰਾ ਸੀ, ਉਹ ਚਾਹੁੰਦੇ ਸੀ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਗੁਰਗੱਦੀ ਮੈਨੂੰ ਮਿਲੇ, ਉਹਨਾਂ ਨੂੰ ਮਿਲੇ। ਪਰ ਸੰਗਤ ਜੀ, ਧੰਨ ਧੰਨ ਗੁਰੂ ਰਾਮ ਰਾਏ ਸਾਹਿਬ ਜੀ ਨੇ, ਰਾਮਦਾਸ ਸਾਹਿਬ ਜੀ ਨੇ ਗੁਰਗੱਦੀ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦਿੱਤੀ, ਕਿਉਂਕਿ ਉਹਨਾਂ 'ਚ ਸਾਰੇ ਗੁਣ ਮੌਜੂਦ ਸੀ, ਸਾਰੇ ਗੁਣੀ ਸੀਗੇ, ਗੁਣਾਂ ਦੀ ਖਾਨ ਸੀ, ਸਹਿਜਤਾ ਦੀ ਖਾਨ ਸੀ। ਉਹਨਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਗੁਰਗੱਦੀ ਸਭ ਤੋਂ ਛੋਟੇ ਪੁੱਤਰ ਨੂੰ ਦਿੱਤੀ, ਤੇ ਇਹ ਈਰਖਾ ਬਾਬਾ ਪ੍ਰਿਥੀ ਚੰਦ ਦੇ ਵਿੱਚ ਬਹੁਤ ਜ਼ਿਆਦਾ ਹੋ ਗਈ, ਤੇ ਜਾ ਕੇ ਉਹ ਮੁਗਲਾਂ ਨੂੰ ਮਿਲ ਗਏ। ਮੁਗਲਾਂ ਦੇ ਨਾਲ ਮਿਲ ਕੇ ਉਹਨਾਂ ਨੇ ਫਿਰ ਸਾਜ਼ਿਸ਼ ਰਚਨੀ ਸ਼ੁਰੂ ਕਰ ਦਿੱਤੀ, ਔਰ ਸਾਜ਼ਿਸ਼ ਸੰਗਤ ਜੀ ਰਚਨੀ ਸ਼ੁਰੂ ਕਰ ਦਿੱਤੀ, ਕਦੀ ਕੁਛ ਕਦੀ ਕੁਛ ਕਦੀ ਕੁਛ। ਔਰ ਉਦੋਂ ਦਾ ਉਸ ਸਮੇਂ ਦਾ ਬਾਦਸ਼ਾਹ ਸੀ ਜਹਾਂਗੀਰ। ਜਦੋਂ ਜਹਾਂਗੀਰ ਇਹ ਸੀਗਾ ਬੜਾ ਕੱਟਰ ਮੁਸਲਮਾਨ, ਤੇ ਸੰਗਤ ਜੀ ਹਿੰਦੂ ਔਰ ਮੁਸਲਮਾਨ ਇਹ ਦੇਖ ਰਿਹਾ ਸੀ ਕਿ ਹਿੰਦੂ ਔਰ ਮੁਸਲਮਾਨਾਂ ਦੇ ਵਿੱਚ ਪਾਤਸ਼ਾਹ ਦਾ ਪ੍ਰਤਾਪ ਬਹੁਤ ਫੈਲੀ ਜਾ ਰਿਹਾ ਹੈ, ਉਹਨਾਂ ਦੀ ਮਹਾਨਤਾ, ਉਹਨਾਂ ਨੂੰ ਸਭ ਮੰਨਣ ਲੱਗ ਗਏ ਨੇ। ਇਹ ਵੀ ਉਹਦੇ ਕੋਲ ਬਰਦਾਸ਼ਤ ਨਾ ਹੋਇਆ। ਤੇ ਦੂਸਰਾ ਰੀਜ਼ਨ ਇਹ ਸੀਗਾ ਚੰਦੂ ਦਾ, ਕਿਉਂਕਿ ਜਹਾਂਗੀਰ ਦਾ ਦੀਵਾਨ ਸੀ ਚੰਦੂ, ਬੜਾ ਅਮੀਰ ਸੀ। ਜਦੋਂ ਇਹਦੀ ਪੁੱਤਰੀ ਵੱਡੀ ਹੋਈ ਨਾ, ਤੇ ਇਹਨੇ ਪੰਡਤਾਂ ਨੂੰ ਕਿਹਾ ਕਿ ਕੋਈ ਯੋਗ ਵਰ ਦੇਖੋ ਮੇਰੀ ਪੁੱਤਰੀ ਵਾਸਤੇ। ਜਦੋਂ ਪੰਡਤ ਗਏ, ਉਹਨਾਂ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੁੱਤਰ ਦੇ ਬਾਰੇ ਜਦੋਂ ਇਹਨਾਂ ਨੇ ਦੇਖਿਆ, ਤੇ ਇਹ ਫਿਰ ਉਹ ਰਿਸ਼ਤਾ ਪੱਕਾ ਕਰ ਆਏ। ਤੇ ਜਦੋਂ ਸੰਗਤ ਜੀ ਇਹ ਰਿਸ਼ਤਾ ਪੱਕਾ ਕਰਕੇ ਪੰਡਤ ਗਏ ਵਾਪਸ, ਤੇ ਜਾ ਕੇ ਚੰਦੂ ਨੂੰ ਕਿਹਾ ਕਿ ਤੁਹਾਡਾ ਰਿਸ਼ਤਾ ਤੇ ਅਸੀਂ ਪੱਕਾ ਕਰ ਰਹੇ ਹਾਂ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੁੱਤਰ ਦੇ ਨਾਲ, ਧੰਨ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਾਲ ਅਸੀਂ ਰਿਸ਼ਤਾ ਪੱਕਾ ਕਰ ਰਹੇ ਹਾਂ। ਤੇ ਚੰਦੂ ਅਮੀਰ ਸੀ, ਹੰਕਾਰੀ ਬੜਾ ਸੀ ਸੰਗਤ ਜੀ, ਤੇ ਉਹਦੇ ਮੁਖ ਤੋਂ ਕੀ ਗੱਲ ਨਿਕਲੀ ਕਿ ਤੁਸੀਂ ਕਿੱਥੇ ਸਾਡਾ ਮੇਲ ਤੁਸੀਂ ਉਹਨਾਂ ਦੇ ਨਾਲ ਕਰ ਰਹੇ ਹੋ, ਅਸੀਂ ਐਨੇ ਉੱਚੇ ਘਰ ਦੇ, ਤੁਸੀਂ ਉਹਨਾਂ ਦੇ ਨਾਲ ਮੇਰੀ ਪੁੱਤਰੀ ਦਾ ਰਿਸ਼ਤਾ ਕਰ ਆਏ ਹੋ। ਔਰ ਉਹਨਾਂ ਨੇ ਕੀ ਵਰਡਸ ਯੂਜ਼ ਕੀਤੇ ਕਿ ਤੁਸੀਂ ਚੁਬਾਰੇ ਦੀ ਇੱਟ ਤੁਸੀਂ ਮੋਰੀ 'ਚ ਲਗਾ ਰਹੇ ਹੋ। ਤੇ ਪੰਡਤਾਂ ਦੇ ਨਾਲ ਕੁਝ ਸਿੱਖ ਵੀ ਸੀਗੇ, ਤੇ ਇੱਕ ਸਿੱਖ ਨੇ ਜਾ ਕੇ ਪਾਤਸ਼ਾਹ ਨੂੰ ਕਹਿਤਾ ਕਿ ਪਾਤਸ਼ਾਹ ਉੱਥੇ ਤੇ ਏਦਾਂ ਦੀ ਗੱਲ ਹੋਈ ਆ। ਬਾਬਾ ਬੁੱਢਾ ਜੀ ਨੇ ਸੁਣੀ, ਬਾਬਾ ਬੁੱਢਾ ਜੀ ਨੇ ਜਦੋਂ ਸੁਣੀ, ਤੇ ਫਿਰ ਸੰਗਤ ਜੀ ਇਹ ਉਹਨਾਂ ਨੂੰ ਅੱਛਾ ਨਹੀਂ ਲੱਗਾ, ਔਰ ਪਾਤਸ਼ਾਹ ਨੂੰ ਕਿਹਾ ਕਿ ਪਾਤਸ਼ਾਹ ਨੇ ਵੀ ਕਿਹਾ ਕਿ ਇਹਨਾਂ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ, ਤੇ ਕੀ ਕਰਨਾ ਚਾਹੀਦਾ। ਤੇ ਸਾਰੀ ਸੰਗਤ, ਕਿਉਂਕਿ ਪਾਤਸ਼ਾਹ ਸੰਗਤ ਦਾ ਫੈਸਲਾ, ਸੰਗਤ ਦਾ ਬਚਨ, ਸੰਗਤ ਦਾ ਉਪਦੇਸ਼ ਬੜਾ ਮੰਨਦੇ ਹੁੰਦੇ ਸੀ, ਸੰਗਤ ਨੂੰ ਇੰਪੋਰਟੈਂਸ ਬੜੀ ਦਿੰਦੇ ਹੁੰਦੇ ਸੀ। ਤੇ ਜਦੋਂ ਸੰਗਤਾਂ ਨੇ ਕਿਹਾ ਕਿ ਪਾਤਸ਼ਾਹ ਅਸੀਂ ਹੰਕਾਰੀ ਦਾ ਰਿਸ਼ਤਾ ਅਸੀਂ ਨਹੀਂ ਲੈਣਾ, ਤੇ ਜਦੋਂ ਇਹ ਸਗਨ ਲੈ ਕੇ ਆਏ, ਤੇ ਪਾਤਸ਼ਾਹ ਨੇ ਕਿਹਾ ਕਿ ਅਸੀਂ ਇਹ ਰਿਸ਼ਤਾ ਨਹੀਂ ਕਰਨਾ। ਤੇ ਸੰਗਤ ਜੀ ਚੰਦੂ ਨੂੰ ਤਾਂ ਬੜਾ ਗੁੱਸਾ ਚੜ ਗਿਆ, ਕਿਉਂਕਿ ਰਿਸ਼ਤਾ ਮੋੜਤਾ, ਤੇ ਚੰਦੂ ਦੀ ਵੀ ਈਰਖਾ ਵੱਧ ਗਈ। ਜਦੋਂ ਚੰਦੂ ਦੀ ਈਰਖਾ ਵੱਧ ਗਈ, ਤੇ ਇਹਨੇ ਸੋਚਿਆ ਕਿ ਹੁਣ ਤੇ ਮੈਂ ਬਦਲਾ ਜ਼ਰੂਰ ਲਾਂਗਾ। ਤੀਸਰਾ ਰੀਜ਼ਨ ਕਿ ਜਦੋਂ ਚੰਦੂ ਜਾ ਕੇ ਬਾਬਾ ਪ੍ਰਿਥੀ ਚੰਦ ਚੰਦੂ ਕੋਲ ਜਾਂਦੇ ਨੇ, ਉਹ ਵੀ ਪਾਤਸ਼ਾਹ ਦੇ ਅਗੇਂਸਟ, ਚੰਦੂ ਵੀ ਪਾਤਸ਼ਾਹ ਦੇ ਅਗੇਂਸਟ। ਜਦੋਂ ਇਹ ਪ੍ਰਿਥੀ ਚੰਦ ਜਾਂਦੇ ਨੇ, ਉੱਥੇ ਇਹਨਾਂ ਨੂੰ ਕਹਿੰਦੇ ਨੇ ਕਿ ਮੈਂ ਤੇ ਵੱਡਾ ਪੁੱਤਰ ਹਾਂ, ਗੱਦੀ ਤੇ ਮੈਨੂੰ ਚਾਹੀਦੀ ਹੈ, ਮੈਨੂੰ ਮਿਲਣੀ ਚਾਹੀਦੀ ਹੈ, ਤੇ ਤੁਸੀਂ ਮੇਰੀ ਸਹਾਇਤਾ ਕਰੋ। ਇਹ ਭੇਜਦੇ ਨੇ ਚੜਾਈ ਕਰਨ ਵਾਸਤੇ, ਭੇਜਦੇ ਨੇ ਸੁਲੇਖ ਖਾਨ ਨੂੰ। ਸੁਲੇਖ ਖਾਨ ਜਾ ਕੇ ਰੁਕਦਾ ਹੈ ਪ੍ਰਿਥੀ ਚੰਦ ਜੀ ਦੇ ਘਰ। ਪ੍ਰਿਥੀ ਚੰਦ ਜੀ ਦਾ
ਇਹਨਾਂ ਦਾ ਆਪਣਾ ਇੱਟਾਂ ਦਾ ਭੱਠਾ ਹੁੰਦਾ ਹੈ। ਇਹ ਲੈ ਕੇ ਜਾਂਦੇ ਨੇ ਆਪਣਾ ਭੱਠਾ ਦਿਖਾਉਣ ਵਾਸਤੇ। ਤੇ ਜੋ ਸੁਲੇ ਖਾਨ ਹੁੰਦਾ ਹੈ ਆਪਣੇ ਆਪਣੇ ਬੜੇ ਜੋ ਉਹਨਾਂ ਨੂੰ ਅੱਛਾ ਘੋੜਾ ਲੱਗਦਾ, ਆਪਣੇ ਬੜੇ ਸੁੰਦਰ ਘੋੜੇ ਦੇ ਉੱਤੇ ਜਾਂਦੇ ਨੇ ਭੱਠਾ ਦੇਖਣ ਵਾਸਤੇ। ਤੇ ਉੱਥੇ ਕੋਈ ਵਰਤਾਰਾ ਵਰਤਦਾ ਹੈ ਕਿ ਇੱਕ ਪੰਛੀ ਜਿਸ ਤਰ੍ਹਾਂ ਹੀ ਉੱਡ ਕੇ ਜਾਂਦਾ ਹੈ ਤੇ ਘੋੜਾ ਡਰ ਜਾਂਦਾ ਹੈ ਔਰ ਕੁੱਦ ਜਾਂਦਾ ਹੈ ਭੱਠੇ ਦੀ ਅੱਗ ਦੇ ਵਿੱਚ, ਤੇ ਸੁਲੇ ਖਾਂ ਤੇ ਘੋੜਾ ਉੱਥੇ ਹੀ ਅੱਗ ਦੇ ਵਿੱਚ ਸੜ ਜਾਂਦੇ ਨੇ। ਫਿਰ ਇਹ ਸੋਚਦੇ ਨੇ ਕਿ ਇਹਦੇ ਚ ਕੋਈ ਪ੍ਰੀਤੀ ਚੰਦ ਦੀ ਚਾਲ ਹੋਏਗੀ। ਇਹ ਸਾਰੀਆਂ ਚੀਜ਼ਾਂ ਇਹ ਫਿਰ ਇੱਕ ਤੋਂ ਇੱਕ ਬਾਅਦ ਵੱਧਦੀਆਂ ਗਈਆਂ। ਹੁਣ ਚੰਦੂ ਨੇ ਭੜਕਾਣਾ ਸ਼ੁਰੂ ਕਰਤਾ ਬਾਦਸ਼ਾਹ ਨੂੰ। ਸੰਗਤ ਜੀ, ਜੋ ਬਾਦਸ਼ਾਹ ਦਾ ਪਿਤਾ ਸੀ ਅਕਬਰ, ਇਹ ਗੁਰੂ ਘਰ ਦਾ ਪ੍ਰੇਮੀ ਸੀ। ਇਹ ਗੁਰੂ ਘਰ ਦੇ ਨਾਲ ਪ੍ਰੇਮ ਕਰਦਾ ਸੀ ਤੇ ਇਹ ਬੜਾ ਕੱਟੜ ਸੀਗਾ। ਔਰ ਇਹਦਾ ਜੋ ਪੁੱਤਰ ਸੀ ਨਾ, ਇਹਦਾ ਜੋ ਪੁੱਤਰ ਸੀ ਖੁਸਰੋ ਦੇ ਵਿੱਚ ਵੀ ਆਪਣੇ ਦਾਦੇ ਵਾਲੇ ਗੁਣ ਸੀ। ਇਹ ਵੀ ਗੁਰੂ ਘਰ ਦਾ ਪ੍ਰੇਮੀ ਸੀ। ਇਹਨੂੰ ਅੱਛਾ ਨਹੀਂ ਲੱਗਦਾ ਸੀ ਕਿ ਆਪਣੇ ਪਿਤਾ ਦਾ ਕੱਟੜਪੁਣਾ ਅੱਛਾ ਨਹੀਂ ਲੱਗਦਾ ਸੀ। ਤੇ ਜਹਾਂਗੀਰ ਨੇ ਆਪਣੇ ਪੁੱਤਰ ਨੂੰ ਵੀ ਕੈਦ ਕਰ ਲਿਆ। ਔਰ ਜਦੋਂ ਦਾ ਪੁੱਤਰ ਕਿਸੇ ਤਰ੍ਹਾਂ ਜੇਲ੍ਹ ਦੇ ਵਿੱਚੋਂ ਛੁੱਟ ਕੇ ਜਦੋਂ ਗਿਆ ਤੇ ਰਸਤੇ ਦੇ ਵਿੱਚ ਇਹ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਗਿਆ, ਤੇ ਪਾਤਸ਼ਾਹ ਨੇ ਜੋ ਵੀ ਸੰਗਤ ਜੀ ਗੁਰੂ ਘਰ ਚ ਆਂਦਾ ਹੈ, ਗੁਰੂ ਦੀ ਸ਼ਰਨ ਚ ਆਂਦਾ ਹੈ, ਗੁਰੂ ਤੇ ਹਰ ਇੱਕ ਨੂੰ ਗਲੇ ਲਗਾਉਂਦੇ ਨੇ। ਗੁਰੂ ਜੀ ਨੇ, ਪਾਤਸ਼ਾਹ ਨੇ ਖੁਸਰੋ ਨੂੰ ਆਪਣੀ ਸ਼ਰਨ ਦਿੱਤੀ, ਉਹਨੂੰ ਲੰਗਰ ਪਾਣੀ ਪ੍ਰਸ਼ਾਦਾ ਛਕਾਇਆ, ਉਹਨੂੰ ਆਪਣੇ ਕੋਲ ਰੱਖਿਆ। ਇਹ ਵੀ ਜਹਾਂਗੀਰ ਨੂੰ ਪਸੰਦ ਨਹੀਂ ਆਇਆ ਕਿ ਉਹਨੇ ਕਿਉਂ ਗੁਰੂ ਜੀ ਨੇ ਕਿਉਂ ਖੁਸਰੋ ਦੀ ਮਦਦ ਕੀਤੀ। ਔਰ ਜਿੰਨੇ ਵੀ ਮੁਸਲਮਾਨ ਸੀ ਨਾ ਸੰਗਤ ਜੀ, ਸਾਈਂ ਮੀਆਂ ਮੀਰ ਜੋ ਮੁਸਲਮਾਨ ਦੇ ਧਰਮ ਪ੍ਰਚਾਰਕ ਸੀ, ਇਹ ਧਰਮ ਦਾ ਪ੍ਰਚਾਰ ਕਰਦੇ ਸੀ, ਪਰ ਸਾਈਂ ਮੀਆਂ ਮੀਰ ਜੀ ਵੀ ਗੁਰੂ ਘਰ ਚ ਬਹੁਤ ਸ਼ਰਧਾ ਰੱਖਦੇ ਸੀ। ਇੰਨੀ ਸ਼ਰਧਾ ਰੱਖਦੇ ਸੀ ਕਿ ਇਹਨਾਂ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਵੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਜਿਹੜੇ ਸਾਰੇ ਰੀਜ਼ਨ ਸੀ, ਇਹ ਜਿਸ ਤਰ੍ਹਾਂ ਕਹਿੰਦੇ ਨੇ ਨਾ ਅੱਗ ਦੇ ਵਿੱਚ ਘਿਓ ਜਾਂ ਤੇਲ, ਇਹ ਉਸ ਚੀਜ਼ਾਂ ਦਾ ਇਹ ਕੰਮ ਕੀਤਾ। ਔਰ ਜਹਾਂਗੀਰ ਨੂੰ ਲੱਗਾ ਕਿ ਪਾਤਸ਼ਾਹ ਦਾ ਇੰਨਾ ਪ੍ਰਤਾਪ ਵੱਧ ਰਿਹਾ ਹੈ, ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੰਨਾ ਪ੍ਰਤਾਪ ਵੱਧ ਰਿਹਾ ਹੈ, ਸਾਰੇ ਉਹਨਾਂ ਨੂੰ ਮੰਨ ਰਹੇ ਨੇ, ਉਹਨਾਂ ਦੀ ਮੰਨਤਾ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਤੇ ਕਿਆ ਇਹ ਰਾਜ ਸੱਤਾ ਵਾਸਤੇ ਇਹ ਖਤਰਾ ਤੇ ਨਹੀਂ ਹੋ ਜਾਣਗੇ। ਤੇ ਇਹ ਸਾਰੇ ਰੀਜ਼ਨ ਦੇਖ ਕੇ ਚੰਦੂ ਨੇ ਜਾ ਕੇ ਸਾਜ਼ਿਸ਼ ਬਣਾਈ ਜਹਾਂਗੀਰ ਦੇ ਨਾਲ, ਔਰ ਜਹਾਂਗੀਰ ਨੂੰ ਕਿਹਾ ਕਿ ਇਹਨਾਂ ਨੇ ਤੇ ਖੁਸਰੋ ਦੀ ਵੀ ਮਦਦ ਕੀਤੀ ਹੈ, ਤੇ ਤੁਸੀਂ ਕੀ ਕਰੋ, ਪਾਤਸ਼ਾਹ ਨੂੰ 2 ਲੱਖ ਰੁਪਏ ਦਾ ਤੁਸੀਂ ਜੁਰਮਾਨਾ ਲਗਾ ਦਿਓ। ਸੰਗਤ ਜੀ, ਉਦੋਂ ਹੁੰਦਾ ਸੀ ਅਹਿਦੀਆ, ਜਦੋਂ ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਪੋਸਟਮੈਨ, ਜਿਹੜਾ ਇੰਪੋਰਟੈਂਟ ਡਾਕੂਮੈਂਟਸ ਕੈਰੀ ਕਰਦਾ ਸੀ ਉਹਨੂੰ ਕਹਿੰਦੇ ਨੇ ਅਹਿਦੀਆ। ਤੇ ਜਹਾਂਗੀਰ ਆਪਣੇ ਅਹਿਦੀਏ ਨੂੰ ਲਿਖ ਕੇ ਭੇਜਦੇ ਨੇ, ਜਿਹਦੇ ਚ ਚਿੱਠੀ, ਜਿਸ ਤਰ੍ਹਾਂ ਵਾਰੰਟ ਅਸੀਂ ਕਹਿ ਦਿੰਦੇ ਆ, ਉਹ ਵਾਰੰਟ ਜਾਰੀ ਕਰ ਦਿੰਦੇ ਨੇ ਕਿ ਜਾ ਕੇ ਗੁਰੂ ਜੀ ਨੂੰ ਤੁਸੀਂ ਇਹ ਦਵੋ। ਉਹਨਾਂ ਨੂੰ ਉਹਦੇ ਚ ਲਿਖਿਆ ਹੁੰਦਾ ਚਿੱਠੀ ਦੇ ਵਿੱਚ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ, ਮੇਰੇ ਪੁੱਤਰ ਦੀ ਮਦਦ ਕੀਤੀ ਹੈ, ਔਰ ਤੁਸੀਂ ਉਹਨੂੰ ਵਾਅਦਾ ਵੀ ਕੀਤਾ ਹੈ ਕਿ ਤੁਸੀਂ ਉਹਨੂੰ ਰਾਜਗੱਦੀ ਦਿਵਾਓਗੇ, ਤੁਸੀਂ ਉਹਨੂੰ ਤਖਤ ਤੇ ਬਿਠਾਓਗੇ, ਤੇ ਇਸ ਲਈ ਤੁਸੀਂ ਉਹਦੀ ਮਦਦ ਕੀਤੀ ਹੈ, ਤੇ ਤੁਹਾਨੂੰ 2 ਲੱਖ ਰੁਪਏ ਦਾ ਅਸੀਂ ਜੁਰਮਾਨਾ ਲਗਾਉਂਦੇ ਹਾਂ। ਚੰਦੂ ਨੇ ਅਹਿਦੀਆ ਜਦੋਂ ਭੇਜਿਆ, ਤੇ ਅਹਿਦੀਏ ਨੂੰ ਚੰਦੂ ਨੇ ਸਿਖਾਇਆ ਕਿ ਜਦੋਂ ਤੂੰ ਉੱਥੇ ਜਾਏਗਾ ਨਾ, ਤੇ ਤੂੰ ਵੇਖੇਗਾ ਕਿ ਗੁਰੂ ਜੀ ਨਾ ਆਪਣੀ ਗੱਦੀ ਲਗਾ ਕੇ, ਆਸਨ ਲਗਾ ਕੇ ਬੈਠੇ ਹੋਣਗੇ, ਤੇ ਤੂੰ ਉਹਨਾਂ ਤੋਂ ਪ੍ਰਭਾਵਿਤ ਨਹੀਂ ਹੋਣਾ, ਤੂੰ ਉਹਨਾਂ ਦੀ ਜਾ ਕੇ ਉੱਥੇ ਬੇਇੱਜ਼ਤੀ ਕਰਨੀ ਹੈ। ਚੰਦੂ ਨੇ ਇਹ ਅਹਿਦੀਏ ਨੂੰ ਕਹਿ ਕੇ ਭੇਜਿਆ ਕਿ ਤੂੰ ਉੱਥੇ ਅਪਸ਼ਬਦ ਬੋਲਨੇ ਨੇ, ਤੇ ਤੂੰ ਉਹਨਾਂ ਤੋਂ ਕਿਸੇ ਗੱਲ ਇਹ ਪ੍ਰਭਾਵਿਤ ਨਾ ਹੋ ਜਾਏ। ਤੇ ਜਦੋਂ ਸੰਗਤ ਜੀ ਅਹਿਦੀਆ ਜਾਂਦਾ ਹੈ, ਪਾਤਸ਼ਾਹ ਦੇ ਜਦੋਂ ਦਰਸ਼ਨ ਕਰਦਾ ਹੈ, ਸੰਗਤ ਜੀ ਉਹਦੇ ਮਨ ਨੂੰ ਬੜੀ ਠੰਡ ਪੈਂਦੀ ਹੈ, ਬਹੁਤ ਠੰਡ ਪੈਂਦੀ ਹੈ, ਉਹਦਾ ਤਨ ਮਨ ਠੰਡਾ ਹੋ ਜਾਂਦਾ ਹੈ ਪਾਤਸ਼ਾਹ ਦੇ ਦਰਸ਼ਨ ਕਰਕੇ। ਉਹ
ਹੱਥ ਜੋੜ ਲੈਂਦਾ, ਨਤਮਸਤਕ ਹੋ ਜਾਂਦਾ, ਪਾਤਸ਼ਾਹ ਦੇ ਜਾ ਕੇ ਚਰਨਾਂ ਦੇ ਵਿੱਚ ਉਹ ਜਿਹੜਾ ਪੱਤਰ ਹੁੰਦਾ, ਵਾਰੰਟ ਹੁੰਦਾ ਹੈ ਨਾ ਬਾਦਸ਼ਾਹ ਦਾ, ਉਹ ਰੱਖ ਦਿੰਦਾ ਹੈ। ਬਾਦਸ਼ਾਹ ਆਪਣੇ ਇੱਕ ਸਿੱਖ ਨੂੰ ਕਹਿੰਦੇ ਨੇ, ਇਸ਼ਾਰਾ ਕਰਦੇ ਨੇ ਕਿ ਤੁਸੀਂ ਇਹ ਪੱਤਰ ਪੜ੍ਹੋ। ਜਦੋਂ ਉਹ ਪੱਤਰ ਪੜ੍ਹਦੇ ਨੇ ਤੇ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ 2 ਲੱਖ ਰੁਪਏ ਦਾ ਜੁਰਮਾਨਾ ਤੁਸੀਂ ਭਰਨਾ ਹੈ। ਤੇ ਇਹ ਸੁਣਦੇ ਹੀ ਪਾਤਸ਼ਾਹ ਇੱਕਦਮ ਕਹਿੰਦੇ ਨੇ ਕਿ ਇਹ ਤੇ ਸੰਗਤ ਦਾ ਪੈਸਾ ਹੈ, ਅਸੀਂ ਤੇ ਸੰਗਤ ਤੇ ਪੈਸੇ ਚੋਂ 1 ਰੁਪਇਆ ਸਰਕਾਰ ਨੂੰ ਨਹੀਂ ਦੇਣਾ। ਸੰਗਤ ਜੀ, ਪਾਤਸ਼ਾਹ ਤੇ ਸੰਗਤ ਨੂੰ ਬਹੁਤ ਮਾਨ ਦਿੰਦੇ ਸੀ, ਕਿਉਂਕਿ ਸੰਗਤ ਨੂੰ ਸਾਰੇ ਗੁਰੂਆਂ ਨੇ ਬੜਾ ਮਾਨ ਦਿੱਤਾ ਹੈ। ਉਹਨਾਂ ਨੇ ਜਦੋਂ ਸੰਗਤ ਦੇ ਕਹਿਣ ਤੇ ਕਿ ਗੁਰੂ ਘਰ ਦੇ ਵਿੱਚ ਹੰਕਾਰ ਦੀ ਤੇ ਕੋਈ ਜਗ੍ਹਾ ਹੀ ਨਹੀਂ ਹੈਗੀ, ਤੇ ਪਾਤਸ਼ਾਹ ਤੁਸੀਂ ਚੰਦੂ ਦੇ ਨਾਲ ਰਿਸ਼ਤਾ ਨਹੀਂ ਜੋੜਨਾ, ਉਹਨਾਂ ਨੇ ਸੰਗਤ ਦੇ ਕਹਿਣ ਤੇ, ਸਾਰਿਆਂ ਦੇ ਕਹਿਣ ਤੇ ਉਹਨਾਂ ਨੇ ਜਦੋਂ ਰਿਸ਼ਤਾ ਮੋੜਤਾ ਤੇ ਉਹ ਕਹਿੰਦੇ ਅਸੀਂ ਸੰਗਤ ਦਾ 1 ਰੁਪਇਆ ਵੀ ਅਸੀਂ ਸਰਕਾਰ ਨੂੰ ਕਿਸ ਤਰ੍ਹਾਂ ਦੇ ਸਕਦੇ ਹਾਂ, ਉਹ ਵੀ ਅਸੀਂ ਆਪਣੇ ਬਚਾਅ ਵਾਸਤੇ। ਉਹ ਕਹਿੰਦੇ ਸੰਗਤ ਦਾ ਅਸੀਂ 1 ਰੁਪਇਆ ਵੀ ਸਰਕਾਰ ਨੂੰ ਨਹੀਂ ਦੇਵਾਂਗੇ। ਤੇ ਉਹਨਾਂ ਨੇ ਅਹਿਦੀਏ ਨੂੰ ਕਿਹਾ ਕਿ ਅਸੀਂ ਇਹਦਾ ਜਵਾਬ ਆਪ ਬਾਦਸ਼ਾਹ ਨੂੰ ਮਿਲ ਕੇ ਦਵਾਂਗੇ। ਸੰਗਤ ਜੀ, ਰਾਤ ਅਹਿਦੀਆ ਉੱਥੇ ਰਹਿੰਦਾ ਹੈ, ਉਹਦਾ ਪੂਰਾ ਆਦਰ ਸਤਕਾਰ ਹੁੰਦਾ ਹੈ, ਕਥਾ ਕੀਰਤਨ ਸੁਣਦਾ ਹੈ ਦੀਵਾਨ ਦੇ ਵਿੱਚ। ਜਦੋਂ ਸਵੇਰੇ ਉੱਠਦਾ ਹੈ, ਲੰਗਰ ਪ੍ਰਸ਼ਾਦਾ ਛਕਦਾ ਹੈ, ਜਦੋਂ ਉਹ ਜਾਣ ਲੱਗਦਾ, ਪਾਤਸ਼ਾਹ ਉਹਨੂੰ ਸਿਰਪਾਓ ਦੇ ਕੇ ਭੇਜਦੇ ਨੇ। ਤੇ ਉਹ ਜਦੋਂ ਸੰਗਤ ਜੀ ਜਾਂਦਾ ਹੈ, ਪਰ ਉਹ ਇੰਨਾ ਪ੍ਰਭਾਵਿਤ ਹੁੰਦਾ ਹੈ ਤੇ ਜਾਂਦੇ ਜਾਂਦੇ ਉਹ ਪਾਤਸ਼ਾਹ ਨੂੰ ਕਹਿੰਦਾ ਹੈ, ਗੁਰੂ ਜੀ ਚੰਦੂ ਤੋਂ ਤੁਸੀਂ ਸਾਵਧਾਨ ਹੋ ਕੇ ਰਹੋ। ਤੇ ਸੰਗਤ ਜੀ, ਪਾਤਸ਼ਾਹ ਤੇ ਜਾਣੀ ਜਾਣ ਹੁੰਦੇ ਨੇ, ਉਹਨਾਂ ਨੂੰ ਤੇ ਪਤਾ ਹੁੰਦਾ ਹੈ ਕਿ ਕੀ ਵਰਤਾਰਾ ਵਰਤਣਾ ਹੈ, ਅੱਗੇ ਦਾ ਕਿੱਦਾਂ ਸਮਾਂ ਹੈ। ਉਹਨੂੰ ਭੇਜ ਕੇ ਦੁਪਹਿਰ ਤੋਂ ਬਾਅਦ ਸ਼ਾਮ ਦਾ ਜਦੋਂ ਦੀਵਾਨ ਸਜਦਾ ਹੈ, ਦੀਵਾਨ ਦੀ ਸਮਾਪਤੀ ਤੋਂ ਬਾਅਦ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਔਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਆਪਣੇ ਪਾਸ ਬੁਲਾਉਂਦੇ ਨੇ, ਆਪਣੇ ਪਾਸ ਬੁਲਾਉਂਦੇ ਨੇ ਔਰ ਉਹਨਾਂ ਨੂੰ ਬੜੀ ਸਹਿਜਤੇ ਦੇ ਨਾਲ, ਧੀਰਜ ਦੇ ਨਾਲ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਕਿ ਬਾਬਾ ਜੀ ਹੁਣ ਸਾਡੇ ਸਰੀਰ ਤਿਆਗਣ ਦਾ ਸਮੇਂ ਆ ਗਿਆ ਹੈ। ਤੇ ਬਾਬਾ ਬੁੱਢਾ ਜੀ ਵੀ ਸੰਗਤ ਜੀ ਬ੍ਰਹਮ ਗਿਆਨੀ ਸੀ, ਤੇ ਉਹ ਕਹਿੰਦੇ ਨੇ ਗੁਰਤਾ ਗੱਦੀ ਅਸੀਂ ਹਰਗੋਬਿੰਦ ਜੀ ਨੂੰ ਅਸੀਂ ਦੇਣੀ ਹੈ। ਤੇ ਬਾਬਾ ਬੁੱਢਾ ਜੀ ਨੂੰ ਉਹ ਕਹਿੰਦੇ ਜਦੋਂ ਇਹ ਸੁਣਦੇ ਨੇ, ਸੰਗਤ ਜੀ ਸਾਰੇ ਥੋੜਾ ਚੁੱਪ ਹੋ ਜਾਂਦੇ ਨੇ। ਤੇ ਪਾਤਸ਼ਾਹ ਕਹਿੰਦੇ ਨੇ ਕਿ ਸਰੀਰ ਤੇ ਅਸੀਂ ਤਿਆਗਣਾ ਹੀ ਹੈ, ਪਰ ਇਹਦਾ ਜੋ ਇਹ ਸਿਰ ਮੜਿਆ, ਇਹ ਤੁਰਕਾਂ ਦੇ ਸਿਰ ਮੜਿਆ ਜਾਏਗਾ ਔਰ ਇਹ ਚੰਦੂ ਦੇ ਸਿਰ ਤੇ ਵੀ ਮੜਿਆ ਜਾਏਗਾ। ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ, ਇਹਦਾ ਉਹਦਾ ਰੀਜ਼ਨ ਬਣ ਗਿਆ ਹੈ, ਉਹਦੇ ਸਿਰ ਤੇ ਉਹਨੂੰ ਪਾਪ ਚੜ ਜਾਏਗਾ। ਪਾਤਸ਼ਾਹ ਕਹਿੰਦੇ ਸਰੀਰ ਤੇ ਅਸੀਂ ਤਿਆਗਣਾ ਹੀ ਹੈ, ਪਰ ਇਹ ਤੁਰਕਾਂ ਦੇ ਮੱਥੇ ਮੜਿਆ ਜਾਏਗਾ, ਇਹ ਚੰਦੂ ਦੇ ਮੱਥੇ ਮੜਿਆ ਜਾਏਗਾ। ਤੇ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਗੋਬਿੰਦ ਜੀ ਸ਼ਸਤਰ ਬਸਤਰ ਧਾਰਨ ਕਰਨਗੇ, ਸ਼ਸਤਰ ਧਾਰਨ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਬਾਬਾ ਬੁੱਢਾ ਜੀ ਵੀ ਬ੍ਰਹਮ ਗਿਆਨੀ ਹੁੰਦੇ ਸੰਗਤ ਜੀ, ਉਹ ਪਾਤਸ਼ਾਹ ਦੇ ਬਚਨ ਸੁਣ ਕੇ ਉਹ ਕੇਸਰ ਔਰ ਚੰਦਨ ਉਹ ਸੰਗਤ ਜੀ ਘਸਣਾ ਸ਼ੁਰੂ ਕਰ ਦਿੰਦੇ ਨੇ ਤਿਲਕ ਤਿਆਰ ਕਰਨ ਵਾਸਤੇ। ਜਦੋਂ ਤਿਲਕ ਤਿਆਰ ਕਰ ਰਹੇ ਹੁੰਦੇ ਨੇ ਸੰਗਤ ਜੀ, ਤੇ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ 1 ਨਾਰੀਅਲ ਔਰ 5 ਪੈਸੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੰਦੇ ਨੇ। ਤੇ ਬਾਬਾ ਬੁੱਢਾ ਜੀ ਤਿਲਕ ਤਿਆਰ ਕਰਦੇ ਨੇ, ਤਿਲਕ ਤਿਆਰ ਕਰਕੇ ਸ਼੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮੱਥੇ ਤੇ ਤਿਲਕ ਲਗਾਉਂਦੇ ਨੇ ਔਰ ਉਹਨਾਂ ਨੂੰ ਨਮਸਕਾਰ ਕਰਦੇ ਨੇ ਔਰ ਉਹਨਾਂ ਨੂੰ 6ਵੇਂ ਗੁਰੂ ਬਣਾ ਦਿੱਤਾ ਜਾਂਦਾ ਹੈ। ਪਰ ਪਾਤਸ਼ਾਹ ਕੀ ਕਹਿੰਦੇ ਨੇ? ਪਾਤਸ਼ਾਹ ਕਹਿੰਦੇ ਨੇ ਰਾਖੋ ਗੋਪ ਨਹੀਂ ਵਿਦਤਾਵੋ। ਉਹ ਉਹਨਾਂ ਨੂੰ ਕਹਿੰਦੇ ਨੇ, ਕਹਿੰਦੇ ਇਹ ਸਭ ਗੱਲਾਂ ਹਾਲੀ ਤੁਸੀਂ ਗੁਪਤ ਹੀ ਰੱਖਣੀਆਂ ਹੈ। ਰਾਖੋ ਗੋਪ, ਇਹ ਸਭ ਤੁਸੀਂ ਗੁਪਤ ਰੱਖਣੀਆਂ, ਹਾਲੀ ਤੁਸੀਂ ਇਹ ਗੱਲਾਂ
प्रकट नहीं करनिया किसी दे अगे, ते नहीं बिदतावो, तुसी ए किसी नू हाली दसना नहीं है कि असी शरीर त्यागण लगे हां, असी शरीर त्यागना है। ये गल्लां तुसी हाली प्रगट नहीं करनिया। तुसी कदों प्रगट करनिया है? जदों असी शरीर त्याग दवांगे, फिर साडे बाद चों तुसी सारी संगत नू तुसी दस्यो कि असी गुरता गद्दी ते गुरु हरगोबिंद साहब पातशाह नू गुरता गद्दी दित्ती है, और साडे बाद चों साडे शरीर त्यागन तो बाद ही तुसी संगत नू समझायो कि साडे विच और हरगोबिंद जी दे विच कोई भेद नहीं है। जेड़ा सानू इक्को नजर दे नाल इक्को एक होके सानू जानेगा, ओ सुख प्राप्त करेगा। जो साडे विच भेद मन्नेगा, ओनू सुख दी प्राप्ति नहीं होएगी। ये सारियां गल्लां ये बाबा बुड्ढा जी नू समझा रहे ने पातशाह। ते पातशाह कहंदे ने हरगोबिंद साहिब पातशाह वाल इशारा करके कहंदे ने ये बहुत धीरजवान ने, ये अपनी मदद आप ही करनगे, ये किसी कोलों भी मदद नहीं लैणगे, ये सारियां दी रखिया आप करनगे। ते उन्हां नू कहंदे कहंदे साडे पिछों बाबा बुड्ढा जी नू कहंदे साडे पिछों तुसी सारियां नू बुलाना है, एक वड्डा इकट्ठ करना है, और फिर तुसी गुरु हरगोबिंद साहिब जी संगत जी उन्हां दे ते पुत्र सी, हाली उन्हां नू गुरता गद्दी मिली नहीं सी, हाली उन्हां ने थाप ते दित्ता सी, पर उन्हां ने क्या सी, कहंदे साडे बाद चों तुसी सारा इकट्ठ करियो, सारियां नू बुलायो, मसंदा नू बुलायो, सारियां नू बुलायो, जिन्ना जिन्ना हो सके वड्डा इकट्ठ करना है, और फिर तुसी हरगोबिंद जी नू दस्तार सजानी है, और इन्हां नू फिर तुसी तखत ते बिठाना है, फिर तुसी दसना है सारियां नू। फिर ये बाबा बुड्ढा जी नू कह के धन धन गुरु अर्जन देव पातशाह जी गुरु हरगोबिंद साहिब जी नू सिक्ख्या दिंदे ने। उन्हां नू की कहंदे ने? कहंदे अज तो तुसी अपने अंदर अहम ब्रह्म दा भाव रखना है। अहम ब्रह्म दा भाव मतलब तुसी अपने आप नू परमेश्वर जानना है, तुसी अपने आप नू रब मनना है। और संगत जी उन्होंने ये भी क्या कहंदे, तुसी अपने आप नू रब मनना है, एदा हंकार नहीं करना। हुण संगत जी कोई कोई अगर रब बन जाए, ये ते गुरुआं दी गल्लां सी, पर अगर अजकल ते संगत जी हर एक कोई रब बनी बैठदा, पर जिहड़ा वाकई च रब हुंदा है वो ओना ही नीवा हुंदा है। पातशाह ने गुरु साहिबान नू अपने पुत्र नू धन धन गुरु हरगोबिंद साहिब पातशाह नू क्या कि तुसी अपने आप नू रब मनना है, मतलब कि तुसी सारियां नू जिद्दां परमात्मा एक नजर दे नाल देखदा है ना, तुसी सारियां नू एक नजर दे नाल देखना है। अपने आप नू तुसी परमात्मा परमेश्वर मनना है, पर तुसी आप अंदरों ते परमेश्वर अपने आप नू मनना है, पर बाहर तुसी रब दे भगत बन के रहना है। अंदरों रब, बाहरों रब दे परमात्मा दे भगत बन के रहना है। फिर उन्हां नू उपदेश दिंदे ने, कहंदे ने ए असी नहीं कह रहे, ये धन धन गुरु नानक देव पातशाह जी दा बचन है कि अहम ब्रह्म, अपने आप नू अहम ब्रह्म दा भाव अपने अंदर रखना है। ये बचन उन्होंने उदों कीते जदों उन्होंने धन धन गुरु अंगद देव पातशाह जी नू उन्होंने गद्दी ते उन्हां नू बिठाया, और उस तो बाद ये सीने बर सीने ये चलदा, ये बचन चलदा आ रहा है। सीने बर सीने मतलब एक सीने तो निकल के दूसरे सीने दे विच ए सेम भाव रहना, अहम ब्रह्म दा भाव कि अंदरों रब अपने आप नू मनना, पर बाहरों परमात्मा दे भगत बन के रहना। फिर उन्होंने गुरु हरगोबिंद साहब पातशाह जी नू ये भी क्या कहंदे ने, गुरु अंगद देव पातशाह जी किन्ने धीरजवान सी, ए किन्ने इन्नियां वड्डियां करामातां दे ए मालिक सी, पर इन्हां ने कोई करामात नहीं दिखाई। ए किन्ने धीरजवान सी,
पर तुसी देखो कि जिथे लोड़ पवे तुसी अपनी भुजावां दा बल दिखाना है, तुसी करामातां नहीं दिखाणियां। ये चाहन और उथे ही करामातां तुसी दिखाणियां ने जिथे की और ਉਹ ਕਹਿੰਦੇ ਹਾਂ ਸਾਡੇ ਵੱਡਿਆਂ ਨੇ ਕਰਾਮਾਤਾਂ ਦਿਖਾਈਆਂ, ਪਰ ਕਿੱਥੇ ਕਰਾਮਾਤਾਂ ਦਿਖਾਈਆਂ? ਜਿੱਥੇ ਕਿ ਉਹ ਲੋੜ ਪਈ, ਜਿੱਥੇ ਕਿ ਕੋਈ ਕੰਮ ਵਿਗੜ ਰਿਹਾ ਸੀ ਔਰ ਕਰਾਮਾਤ ਤੋਂ ਬਗੈਰ ਉਹ ਕੰਮ ਸਵਰ ਨਹੀਂ ਰਿਹਾ ਸੀ, ਉੱਥੇ ਸਾਡੇ ਵੱਡਿਆਂ ਨੇ ਕਰਾਮਾਤਾਂ ਦਿਖਾਈਆਂ, ਉਹ ਵੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ। ਇਹ ਸਾਰੀ ਸਿੱਖਿਆ ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਰਹੇ ਨੇ। ਔਰ ਫਿਰ ਉਹਨਾਂ ਨੇ ਕੀ ਕਿਹਾ? ਕਹਿੰਦੇ ਨੇ ਦੂਸਰੀ ਸਿੱਖਿਆ ਦਿੱਤੀ ਕਿ ਤੁਸੀਂ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ। ਅੰਮ੍ਰਿਤ ਵੇਲੇ ਉੱਠ ਕੇ ਇੱਕ ਪੈਰ ਰਹਿੰਦੇ ਤੁਸੀਂ ਇਸ਼ਨਾਨ ਕਰਕੇ ਤੁਸੀਂ ਬਾਣੀ ਪੜ੍ਹਨੀ ਹੈ, ਤੁਸੀਂ ਸਮਾਧੀ ਲਗਾਣੀ ਹੈ ਔਰ ਤੁਸੀਂ ਪਰਮਾਤਮਾ ਦੇ ਤੁਸੀਂ ਗੁਣਗਾਨ ਕਰਨੇ ਨੇ ਔਰ ਤੁਸੀਂ ਸੰਗਤ ਦੇ ਵਿੱਚ ਤੁਸੀਂ ਮਿਲ ਕੇ ਰਹਿਣਾ ਹੈ। ਔਰ ਕਿਉਂਕਿ ਸਾਡੀ ਆਤਮਾ ਨੇ ਪਰਮਾਤਮਾ ਦੇ ਨਾਲ ਇਹ ਮੇਲ ਕਰਨਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਯਾਦ ਰੱਖੋ ਤੁਸੀਂ ਸੰਗਤ ਚ ਜਦੋਂ ਬੈਠਦੇ ਹੋ ਤੁਸੀਂ ਇਹ ਵੀ ਉਪਦੇਸ਼ ਦੇਣੇ ਨੇ ਔਰ ਹਮੇਸ਼ਾ ਯਾਦ ਰੱਖੋ ਕਿ ਜੋ ਵੀ ਤੁਸੀਂ ਜਗਤ ਦੇਖ ਰਹੇ ਹੋ, ਜੋ ਵੀ ਤੁਸੀਂ ਦੇਖ ਰਹੇ ਹੋ, ਇਹ ਸਾਰਾ ਨਾਸ਼ਵਾਨ ਹੈ ਔਰ ਸੱਚਾ ਕੀ ਹੈ? ਸੱਚਾ ਸਿਰਫ ਨਾਮ ਹੈ। ਵਾਹਿਗੁਰੂ ਦਾ ਨਾਮ ਸਿਰਫ ਸੱਚਾ ਹੈ। ਆਤਮਾ ਸਿਰਫ ਸੱਚੀ ਹੈ ਕਿਉਂਕਿ ਆਤਮਾ ਨੇ ਪਰਮਾਤਮਾ ਦੇ ਨਾਲ ਮਿਲਣਾ ਹੈ। ਔਰ ਸੰਗਤ ਜੀ ਇਹ ਪਾਤਸ਼ਾਹ ਆਪਣੇ ਪੁੱਤਰ ਨੂੰ ਤੇ ਸਿੱਖਿਆ ਦੇ ਰਹੇ ਸੀ, ਪਰ ਸੰਗਤ ਜੀ ਇਹੀ ਸਿੱਖਿਆ ਇਹ ਸਾਡੇ ਵਾਸਤੇ ਵੀ ਹੈ ਕਿ ਅੰਮ੍ਰਿਤ ਵੇਲੇ ਉੱਠਣਾ ਹੈ, ਨਾਮ ਬਾਣੀ ਪੜ੍ਹਨੀ ਹੈ, ਸਾਰਿਆਂ ਨੂੰ ਇੱਕ ਮਾਤਰ ਦੇਖਣਾ ਹੈ, ਇੱਕ ਨਜ਼ਰ ਦੇ ਨਾਲ ਦੇਖਣਾ ਹੈ। ਇਹ ਸਾਰੀਆਂ ਸਿੱਖਿਆਵਾਂ ਕਿਉਂਕਿ ਗੁਰੂ ਔਰ ਸਿੱਖ ਗੁਰੂ ਨੇ ਜੋ ਗੁਰੂ ਨੂੰ ਸਿੱਖਿਆ ਦਿੱਤੀ, ਇੱਕ ਪਿਤਾ ਗੁਰੂ ਨੇ, ਗੁਰੂ ਪਿਤਾ ਨੇ ਅਗਰ ਗੁਰੂ ਨੂੰ ਅੱਗੇ ਸਿੱਖਿਆ ਦਿੱਤੀ, ਉਹੀ ਸੇਮ ਰੂਲ ਅਗਰ ਆਪਣੇ ਪੁੱਤਰ ਵਾਸਤੇ ਹੈ ਤੇ ਉਹੀ ਸੇਮ ਰੂਲ ਹਰ ਸਿੱਖ ਵਾਸਤੇ ਵੀ ਹੈ। ਫਿਰ ਜਦੋਂ ਇਹ ਸਭ ਗੱਲਾਂ ਹੋ ਰਹੀਆਂ ਸੀ ਤੇ ਸੰਗਤ ਜੀ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਉਮਰ ਕਿੰਨੀ ਸੀ? ਸਿਰਫ 11 ਸਾਲਾਂ ਦੀ ਉਮਰ। ਜਦੋਂ ਉਹਨਾਂ ਨੇ ਇਹ ਦੇਖਿਆ, ਇਹ ਸੁਣਿਆ ਪਿਤਾ ਦੇ ਉਪਦੇਸ਼ ਕਿ ਪਿਤਾ ਜੀ ਨੇ ਸਰੀਰ ਤਿਆਗ ਦੇਣਾ ਹੈ ਤੇ ਔਰ ਉਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ, ਤੇ ਉਹਨਾਂ ਦੀ ਅੱਖਾਂ ਦੇ ਵਿੱਚ, ਨੇਤਰਾਂ ਦੇ ਵਿੱਚ ਜਲ ਆ ਗਿਆ ਸੰਗਤ ਜੀ, ਹੰਝੂ ਗਿਰਨ ਲੱਗ ਗਏ। ਪਰ ਸੰਗਤ ਜੀ ਉਹ ਬਹੁਤ ਹੀ ਰਜਵਾਨ ਸੀ, ਬਹੁਤ ਹੀ ਰਜਵਾਨ ਸੀ। ਉਹਨਾਂ ਦੇ ਮੁਖ ਤੋਂ ਸਿਰਫ ਇੱਕੋ ਹੀ ਗੱਲ ਨਿਕਲੀ, ਕਹਿੰਦੇ ਪਿਤਾ ਜੀ ਕਰਨ ਕਾਰਨ ਵਾਲੇ, ਕਰਨ ਔਰ ਕਰਤਾ ਆਪ ਹੀ ਹੋ, ਕਰਨ ਵਾਲੇ ਵੀ ਆਪ ਹੋ, ਕਾਰਨ ਵੀ ਆਪ ਹੀ ਹੋ, ਪਰ ਪਿਤਾ ਜੀ ਇੰਨੀ ਜਲਦੀ ਸਰੀਰ ਤਿਆਗਣਾ ਹੈ? ਔਰ ਇਹ ਕਹਿ ਕੇ ਆਪਣੀ ਗਰਦਨ ਨੀਵੀਂ ਪਾ ਲੈਂਦੇ ਨੇ ਔਰ ਅੱਖਾਂ ਤੋਂ, ਨੇਤਰਾਂ ਤੋਂ ਸੰਗਤ ਜੀ ਹੰਝੂ ਗਿਰੀ ਜਾ ਰਹੇ ਨੇ। ਤੇ ਪਾਤਸ਼ਾਹ ਉਹਨਾਂ ਨੂੰ ਸਮਝਾਉਂਦੇ ਨੇ ਤੇ ਸੰਗਤ ਜੀ ਇਹ ਕਹਿੰਦੇ ਕਹਿੰਦੇ ਸ਼ਾਮ ਪੈ ਜਾਂਦੀ ਹੈ। ਹੁਣ ਜਦੋਂ ਰਾਤ ਪੈ ਜਾਂਦੀ ਹੈ ਤੇ ਫਿਰ ਪਾਤਸ਼ਾਹ ਜਾਂਦੇ ਨੇ ਆਪਣੇ ਮਹਿਲਾਂ ਵੱਲ। ਜਦੋਂ ਉੱਠ ਕੇ ਜਾਂਦੇ ਨੇ, ਧੰਨ ਧੰਨ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੀਵੀਂ ਕਰਕੇ ਬੈਠੇ ਹੁੰਦੇ। ਸੰਗਤ ਜੀ ਉਹਨਾਂ ਨੂੰ ਸਾਰਾ ਆਪਣਾ ਬਚਪਨ, ਕਿਸ ਤਰ੍ਹਾਂ ਪਿਤਾ ਦੀ ਗੋਦ 'ਚ ਬੈਠਦੇ, ਕਿਸ ਤਰ੍ਹਾਂ ਪਿਤਾ ਉਹਨਾਂ ਨਾਲ ਲਾਡ ਲਡਾਉਂਦੇ, ਉਹ ਸਾਰਾ ਯਾਦ ਆ ਰਿਹਾ ਹੁੰਦਾ ਹੈ। ਤੇ ਪਰ ਧੀਰਜਵਾਨ ਐਨੇ ਹੁੰਦੇ ਨੇ, ਮੁਖ ਤੋਂ ਕੁਛ ਨਹੀਂ ਬੋਲਦੇ। ਰਾਤ ਪੈ ਜਾਂਦੀ ਹੈ, ਪਾਤਸ਼ਾਹ ਆਪਣੇ ਮਹਿਲਾਂ ਵੱਲ ਜਾਂਦੇ ਨੇ ਤੇ ਮਾਤਾ ਗੰਗਾ ਜੀ ਨੇ ਨਾ ਪਲੰਗ ਪਹਿਲਾਂ ਤੋਂ ਹੀ ਵਿਛਾਇਆ ਹੁੰਦਾ ਹੈ ਕਿ ਪਾਤਸ਼ਾਹ ਨੇ ਹੁਣ ਆਣਾ ਹੈ, ਪ੍ਰਸ਼ਾਦਾ ਛਕਣਾ ਹੈ। ਪਾਤਸ਼ਾਹ ਜਾਂਦੇ ਨੇ, ਪਲੰਗ ਤੇ ਬੈਠ ਜਾਂਦੇ ਨੇ, ਮਾਤਾ ਜੀ ਪ੍ਰਸ਼ਾਦਾ ਛਕਾਉਂਦੇ ਨੇ। ਹੁਣ ਮਾਤਾ ਜੀ ਨੂੰ ਦੱਸਣਾ ਹੈ ਪਾਤਸ਼ਾਹ ਨੇ, ਤੇ ਹੁਣ ਸੰਗਤ ਜੀ ਕਿਸ ਤਰ੍ਹਾਂ ਇੱਕ ਦੱਸਣਾ ਹੈ ਮਾਤਾ ਜੀ ਨੂੰ। ਤੇ ਪਾਤਸ਼ਾਹ ਮਾਤਾ ਜੀ ਨੂੰ ਕਹਿੰਦੇ ਨੇ, ਕਹਿੰਦੇ ਗੰਗਾ ਜੀ ਤੁਸੀਂ ਬੜੇ ਭਾਗਵਾਨ ਹੋ, ਤੁਸੀਂ ਬੜੇ ਵਡਭਾਗੀ ਹੋ ਕਿ ਤੁਸੀਂ ਗੁਰੂ ਰਾਮਦਾਸ ਜੀ ਦੀ ਨੂੰਹ ਹੋ, ਪਰ ਤੁਸੀਂ ਸਾਡੀ ਗੱਲ ਬੜੇ ਧਿਆਨ
ਔਰ ਧੀਰਜ ਦੇ ਨਾਲ ਸੁਣਨਾ। ਤੇ ਕਹਿੰਦੇ ਨੇ, ਕਹਿੰਦੇ ਕੱਲ ਸਵੇਰੇ ਅਸੀਂ ਲਾਹੌਰ ਜਾਣਾ ਹੈ। ਸਵੇਰ ਹੁੰਦੇ ਹੀ ਅਸੀਂ ਲਾਹੌਰ ਵੱਲ ਚਾਲੇ ਪਾਣੇ ਨੇ। ਤੇ ਫਿਰ ਕਹਿੰਦੇ ਤੁਹਾਡਾ ਪੁੱਤਰ ਹੁਣ ਸਿਆਣਾ ਹੋ ਗਿਆ ਹੈ। ਤੇ ਗੱਲਾਂ ਚ ਕਹਿੰਦੇ ਆ, ਗੰਗਾ ਜੀ ਸਰੀਰ ਦੇ ਨਾਲ ਇੰਨਾ ਪ੍ਰੇਮ ਨਹੀਂ ਕਰੀਦਾ ਹੁੰਦਾ, ਸਰੀਰ ਤੇ ਨਾਸ਼ਵਾਨ ਹੈ। ਜਦੋਂ ਸੰਗਤ ਜੀ ਏਦਾਂ ਗੱਲਾਂ ਕਰਦੇ ਨੇ ਨਾ ਕਿ ਸਰੀਰ ਨਾਲ ਇੰਨਾ ਪ੍ਰੇਮ ਨਹੀਂ ਕਰੀਦਾ, ਸਿਆਣੇ ਇੰਨਾ ਸਰੀਰ ਨਾਲ ਪ੍ਰੇਮ ਨਹੀਂ ਕਰਦੇ, ਸਰੀਰ ਤੇ ਨਾਸ਼ਵਾਨ ਹੈ। ਤੇ ਮਾਤਾ ਜੀ ਦਾ ਨਾ ਸੰਗਤ ਜੀ, ਮਾਤਾ ਜੀ ਵੀ ਛੋਟੀ ਹਸਤੀ ਤੇ ਮਾਤਾ ਜੀ ਵੀ ਨਹੀਂ ਸੀ। ਮਾਤਾ ਜੀ ਵੀ ਬੜੀ ਉੱਚੀ ਰੂਹ, ਸੁੱਚੀ ਸੂ, ਬੜੀ ਵੱਡੀ ਹਸਤੀ ਸੀ। ਮਾਤਾ ਜੀ ਦਾ ਨਾ ਵੀ ਦਿਲ, ਉਹਨਾਂ ਦੇ ਇੱਕ ਖੜਕਾ ਪੈ ਜਾਂਦਾ ਹੈ ਕਿ ਪਾਤਸ਼ਾਹ ਏਦਾਂ ਦੀਆਂ ਗੱਲਾਂ ਕਿਉਂ ਕਰ ਰਹੇ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿਹੜੇ ਸਿਆਣੇ ਲੋਕੀ ਹੁੰਦੇ ਨੇ, ਜਿਹੜੇ ਵਿਦਵਾਨ ਹੁੰਦੇ ਨੇ, ਜਿਹੜੇ ਮਹਾਂਪੁਰਸ਼ ਹੁੰਦੇ ਨੇ ਨਾ, ਉਹ ਸਰੀਰ ਦੇ ਨਾਲ ਪਿਆਰ ਨਹੀਂ ਕਰਦੇ। ਸਰੀਰ ਤੇ ਇੱਕ ਦਿਨ ਨਾਸ਼ ਹੋਣਾ ਹੈ। ਜੋ ਚੀਜ਼ ਉੱਚੀ ਜਾਂਦੀ ਹੈ ਉਹ ਨੀਵੀਂ ਵੀ ਆਂਦੀ ਹੈ, ਜਿੰਨਾ ਉੱਚਾ ਜਾਂਦਾ ਹੈ ਉਹਨਾਂ ਨੀਵਾਂ ਵੀ ਆਂਦਾ ਹੈ। ਔਰ ਇਹ ਤੇ ਆਦ ਕਾਲ ਤੋਂ ਇਹੀ ਧਰਮ ਹੈ ਕਿ ਸਰੀਰ ਨੇ ਨਾਸ਼ ਹੋਣਾ ਹੀ ਹੋਣਾ ਹੈ। ਬਚਪਨ ਆਂਦਾ ਹੈ, ਬਚਪਨ ਤੋਂ ਕਿਸ਼ੋਰਾਵਸਥਾ ਹੁੰਦੀ ਹੈ, ਕਿਸ਼ੋਰਾਵਸਥਾ ਤੋਂ ਜਵਾਨੀ ਆਂਦੀ ਹੈ, ਜਵਾਨੀ ਤੋਂ ਫਿਰ ਬੁਢਾਪਾ ਆਂਦਾ ਹੈ, ਫਿਰ ਬੁਢਾਪਾ ਐਸਾ ਆਂਦਾ ਹੈ ਕਿ ਸਰੀਰ ਨੂੰ ਖਾ ਜਾਂਦਾ ਹੈ ਔਰ ਫਿਰ ਮੌਤ ਹੋ ਜਾਂਦੀ ਹੈ। ਜਦੋਂ ਮਾਤਾ ਜੀ ਇਹ ਗੱਲਾਂ ਸੁਣ ਰਹੇ ਹੁੰਦੇ ਨੇ ਨਾ, ਤੇ ਮਾਤਾ ਜੀ ਨਾ ਆਪਣੇ ਮਨ ਚ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ, ਤੇ ਉਹ ਸੋਚਣਾ ਸ਼ੁਰੂ ਕਰ ਦਿੰਦੇ ਨੇ, ਆਪਣੇ ਮਨ ਚ ਫੁਰਨਾ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਬਈ ਪਾਤਸ਼ਾਹ ਨੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਤੇ ਮੈਂ ਵੀ ਆਪਣਾ ਸਰੀਰ ਤਿਆਗ ਦੇਣਾ। ਔਰ ਸੰਗਤ ਜੀ, ਪਾਤਸ਼ਾਹ ਤੇ ਅੰਤਰਜਾਮੀ, ਉਹ ਤੇ ਘਟ ਕੇ ਪਟ ਕੀ ਜਾਣੇ, ਉਹ ਉਹਨਾਂ ਦੇ ਮਨ ਦਾ ਫੁਰਨਾ ਪੜ ਲੈਂਦੇ ਨੇ। ਉਹਨਾਂ ਨੂੰ ਕਹਿੰਦੇ ਆ, ਗੰਗਾ ਜੀ ਸਾਡੇ ਪਿੱਛੋਂ ਤੁਸੀਂ ਸਰੀਰ ਨਹੀਂ ਛੱਡਣਾ ਹੈ, ਤੁਸੀਂ ਸਰੀਰ ਨੂੰ ਰੱਖਣਾ ਹੈ। ਤੁਸੀਂ ਤੇ ਹਾਲੇ ਬੜਾ ਆਨੰਦ ਮਾਣਨਾ ਹੈ, ਤੁਸੀਂ ਤੇ ਹਾਲੇ ਆਪਣੇ ਪੁੱਤਰ ਦਾ ਬੜਾ ਪ੍ਰਤਾਪ ਵੇਖਣਾ ਹੈ, ਤੁਸੀਂ ਤੇ ਹਾਲੇ ਆਪਣੇ ਪੁੱਤਰ ਦਾ ਸੁਖ ਮਾਨਣਾ ਹੈ। ਤੁਸੀਂ ਪੁੱਤਰ ਹੀ ਕੀ, ਤੁਸੀਂ ਤੇ ਅੱਗੇ ਆਪਣੇ ਪੋਤਰੇ ਦਾ ਵੀ ਸੁਖ ਮਾਨਣਾ ਹੈ। ਤੇ ਮਾਤਾ ਜੀ ਜਦੋਂ ਇਹ ਸਭ ਗੱਲਾਂ ਸੁਣਦੇ ਨੇ ਤੇ ਉਹਨਾਂ ਦੇ ਹੰਝੂ ਰੁਕਦੇ ਨਹੀਂ ਸੰਗਤ ਜੀ। ਉਹਨਾਂ ਦੇ ਨੇਤਰਾਂ ਚੋਂ ਹੰਝੂ ਗਿਰੀ ਜਾਂਦੇ ਨੇ ਤੇ ਉਹ ਕਹਿੰਦੇ ਨੇ, ਤੁਸੀਂ ਆਪਣਾ ਸਰੀਰ ਉਦੋਂ ਤੱਕ ਨਹੀਂ ਤਿਆਗਣਾ ਜਦੋਂ ਤੱਕ ਤੁਹਾਨੂੰ ਅਸੀਂ ਨਹੀਂ ਕਵਾਂਗੇ। ਤੁਸੀਂ ਹਾਲੀ ਬਹੁਤ ਸੁਖ ਦੇਖਣਾ ਹੈ। ਤੇ ਪਾਤਸ਼ਾਹ ਜਦੋਂ ਸੰਗਤ ਜੀ ਕੋਈ ਸਾਡੇ ਵਾਸਤੇ ਵੀ ਕੋਈ ਇਹੋ ਜਿਹੀ ਕੋਈ ਗੱਲ ਹੋਏ ਸੰਗਤ ਜੀ, ਸਾਡਾ ਵੀ ਮਨ ਕਿੱਥੇ ਟਿਕਦਾ, ਤੇ ਉਹਨਾਂ ਨੂੰ ਧੀਰਜ ਨਹੀਂ ਆਂਦਾ ਮਾਤਾ ਜੀ ਨੂੰ। ਤੇ ਉਹ ਕਹਿੰਦੇ ਨੇ, ਜਦੋਂ ਤੁਹਾਡਾ ਅੰਤਿਮ ਸਮੇਂ ਆਏਗਾ ਅਸੀਂ ਤੁਹਾਨੂੰ ਆਪ ਆਵਾਂਗੇ, ਅਸੀਂ ਤੁਹਾਨੂੰ ਕਵਾਂਗੇ ਸਰੀਰ ਛੱਡ ਦੋ, ਤੁਸੀਂ ਫਿਰ ਸਰੀਰ ਛੱਡਣਾ ਹੈ। ਤੇ ਮਾਤਾ ਜੀ ਕਹਿੰਦੇ ਨੇ, ਕਹਿੰਦੇ ਪਾਤਸ਼ਾਹ ਤੁਸੀਂ ਇਹ ਕਿਹੋ ਜਿਹੇ ਬਚਨ ਕਰ ਦਿੱਤੇ, ਤੁਸੀਂ ਤੇ, ਤੁਹਾਡੇ ਇਹ ਬਚਨ ਤੇ ਤੀਰਾਂ ਵਾਂਗੂ ਮੇਰੇ ਹਿਰਦੇ ਦੇ ਵਿੱਚ ਲੱਗ ਰਹੇ ਨੇ, ਤੁਸੀਂ ਤੇ ਮੇਰਾ ਹਿਰਦੇ ਛੰਨੀ ਕਰਤਾ ਪਾਤਸ਼ਾਹ, ਤੁਸੀਂ ਕਿਸ ਤਰ੍ਹਾਂ ਦੇ ਬਚਨ ਕਰਤੇ। ਪਾਤਸ਼ਾਹ ਮੇਰਾ ਪੁੱਤਰ ਤੇ ਹਾਲੇ ਬੜਾ ਛੋਟਾ ਹੈ ਔਰ ਤੁਸੀਂ ਤੇ ਇੰਨੀ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਪਾ ਦਿੱਤੀ। ਔਰ ਤੁਹਾਨੂੰ ਪਾਤਸ਼ਾਹ ਪਤਾ ਹੈ ਪਰਿਵਾਰ ਦੀ ਈਰਖਾ, ਤੁਹਾਨੂੰ ਪਤਾ ਹੈ ਉਹ ਰੋਜ਼ ਨਵੇਂ ਕੁਛ ਨਾ ਕੁਛ ਫੁਰਨੇ ਬਣਾਉਂਦੇ ਰਹਿੰਦੇ ਨੇ, ਹਾਨੀ ਪਹੁੰਚਾਉਂਦੇ। ਪਾਤਸ਼ਾਹ ਤੁਸੀਂ ਹੀ ਸਾਡਾ ਸਹਾਰਾ ਹੋ, ਤੁਸੀਂ ਸਾਡਾ ਸਹਾਰਾ ਹੋ, ਅਸੀਂ ਕਿੱਦਾਂ ਰਵਾਂਗੇ, ਅਸੀਂ ਕਿੱਦਾਂ ਸਭ ਕਰਾਂਗੇ, ਪੁੱਤਰ ਬੜਾ ਛੋਟਾ ਹੈ, ਇਹ ਕਿਸ ਤਰ੍ਹਾਂ ਸੰਗਤਾਂ ਨੂੰ ਤੁਸੀਂ ਕਹਿਤਾ ਕਿ ਤੁਸੀਂ ਸੰਗਤਾਂ ਨੂੰ ਉਹ ਸੰਭਾਲਣਗੇ, ਪੁੱਤਰ ਬੜੇ ਛੋਟੇ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਕਿਉਂਕਿ ਸੰਗਤ ਜੀ ਜਿਹੜੇ ਪਹਿਲੇ ਪਾਤਸ਼ਾਹ ਤੋਂ ਲੈ ਕੇ
ਪੰਜਵੇਂ ਪਾਤਸ਼ਾਹ ਤੱਕ। ਇਹ ਛੇਵੇਂ ਪਾਤਸ਼ਾਹ ਇਹ 11 ਉਮਰ ਦੇ ਸੀ, ਇਹ ਉਹ ਸਾਰਿਆਂ ਤੋਂ ਛੋਟੇ ਸੀ ਹੁਣ ਤੱਕ। ਤੇ ਮਾਤਾ ਜੀ ਬੜਾ ਵਿਰਾਗ ਚ ਆ ਜਾਂਦੇ ਸੰਗਤ ਜੀ, ਕਹਿੰਦੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਸਾਡਾ ਕੋਈ ਸਹਾਰਾ ਨਹੀਂ ਹੈ, ਤੁਸੀਂ ਤੇ ਸਾਡਾ ਕਲਿਆਣ ਕਰਨਾ ਹੈ, ਤੁਹਾਡੇ ਤੋਂ ਬਿਨਾਂ ਤੇ ਸਾਡਾ ਬੜਾ ਮੁਸ਼ਕਲ ਹੋ ਜਾਣਾ ਪਾਤਸ਼ਾਹ। ਦੁਸ਼ਮਣ ਤੇ ਰੋਜ਼ ਹੀ ਕੋਈ ਨਾ ਕੋਈ ਚਾਲ ਬਣਾਉਂਦੇ ਰਹਿੰਦੇ ਨੇ, ਮੈਂ ਬੜੀ ਮੁਸ਼ਕਲਾਂ ਦੇ ਨਾਲ ਆਪਣੇ ਪੁੱਤਰ ਨੂੰ ਸਾਰਿਆਂ ਤੋਂ ਬਚਾ ਕੇ ਰੱਖਿਆ ਹੈ। ਸੰਗਤ ਜੀ ਆਪ ਜੀ ਨੂੰ ਪਤਾ ਹੋਏਗਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਛੋਟੇ ਸੀ ਤੇ ਤਾਏ ਨੇ ਪ੍ਰਿਥੀ ਚੰਦ ਜੀ ਨੇ ਕਿੰਨੇ ਕਿੰਨੇ ਚਾਲਾਂ ਚੱਲੀਆਂ, ਕਦੀ ਸੱਪ ਭੇਜਦਾ, ਕਦੀ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਭੇਜ ਦਿੱਤਾ, ਕਦੀ ਦਾਈ ਨੂੰ ਕਿਹਾ ਜ਼ਹਿਰ ਵਾਲਾ ਦੁੱਧ ਪਿਲਾ ਦੇ, ਕਿੰਨੀਆਂ ਚਾਲਾਂ ਉਹਨਾਂ ਨੇ ਚੱਲੀਆਂ। ਫਿਰ ਪਾਤਸ਼ਾਹ ਕੀ ਕਹਿੰਦੇ ਨੇ ਮਾਤਾ ਜੀ ਨੂੰ, ਕਹਿੰਦੇ ਗੰਗਾ ਜੀ ਤੁਸੀਂ ਚਿੰਤਾ ਕਿਉਂ ਕਰਦੇ ਹੋ, ਤੁਸੀਂ ਚਿੰਤਾ ਕਿਉਂ ਕਰਦੇ ਹੋ, ਗੁਰੂ ਨਾਨਕ ਪਾਤਸ਼ਾਹ ਤੇ ਇੰਨੇ ਸਮਰੱਥ ਨੇ, ਉਹ ਪੂਰੇ ਜਗਤ ਦੇ ਮਾਲਿਕ ਨੇ, ਤੇ ਫਿਰ ਉਹ ਸਾਡਾ ਤੁਹਾਡਾ ਖਿਆਲ ਕਿਉਂ ਨਹੀਂ ਰੱਖਣਗੇ। ਉਹਨਾਂ ਦਾ ਹੱਥ ਸਾਡੇ ਸਾਰਿਆਂ ਦੇ ਸਿਰ ਤੇ ਹੈ, ਉਹਨਾਂ ਨੇ ਸਾਰਿਆਂ ਦੀ ਰੱਖਿਆ ਕਰਨੀ ਹੈ। ਤੇ ਫਿਰ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਕਹਿੰਦੇ ਜਦੋਂ ਗੁਰੂ ਦਾ ਹੱਥ ਸਿਰ ਤੇ ਹੁੰਦਾ ਹੈ ਤੇ ਲੱਖੋ ਲੋਕੀ ਜਿੰਨੇ ਮਰਜ਼ੀ ਫੁਰਨੇ ਬਣਾਉਂਦੇ ਰਹਿਣ, ਚਾਲਾਂ ਚੱਲਦੇ ਰਹਿਣ, ਜਦ ਗੁਰੂ ਰੱਖਿਆ ਕਰਦਾ ਹੈ ਤੇ ਕੋਈ ਕਿਸੇ ਦਾ ਵਿਗਾੜ ਨਹੀਂ ਸਕਦਾ। ਤੇ ਗੰਗਾ ਜੀ ਸੰਗਤ ਜੀ ਬੜੇ ਉਦਾਸ ਹੁੰਦੇ ਨੇ, ਵਿਰਾਗ ਚ ਹੁੰਦੇ ਨੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਦੀ ਸਹਾਇਤਾ ਹੁਣ ਤੱਕ ਕਰਦੇ ਆਏ ਨੇ, ਅੱਗੋਂ ਵੀ ਉਹਨਾਂ ਨੇ ਸਹਾਇਤਾ ਕਰਨੀ ਹੈ। ਔਰ ਫਿਰ ਕਹਿੰਦੇ ਗੰਗਾ ਜੀ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਤੁਹਾਡੇ ਪੁੱਤਰ ਦਾ ਪ੍ਰਤਾਪ ਕਿੰਨਾ ਫੈਲਣਾ ਹੈ। ਔਰ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਪਾਤਸ਼ਾਹ ਦਾ ਪ੍ਰਤਾਪ ਕਿੰਨਾ ਫੈਲਿਆ, ਪਰ ਮਾਤਾ ਜੀ ਬਹੁਤ ਜ਼ਿਆਦਾ ਵਿਰਾਗ 'ਚ ਹੁੰਦੇ ਨੇ ਤੇ ਉਹਨਾਂ ਦੇ ਹੰਝੂ ਰੁਕ ਨਹੀਂ ਰਹਿੰਦੇ, ਤੇ ਪਾਤਸ਼ਾਹ ਫਿਰ ਉਹਨਾਂ ਦੇ ਉੱਤੇ ਮਿਹਰ ਭਰੀ ਨਜ਼ਰ ਪਾਉਂਦੇ ਨੇ। ਜਦੋਂ ਨਜ਼ਰ ਉਹਨਾਂ ਤੇ ਪਾਉਂਦੇ ਨੇ, ਉਹਨਾਂ ਦੇ ਅੰਦਰ ਬਲ ਭਰ ਦਿੰਦੇ ਨੇ ਕਿ ਉਹਨਾਂ ਨੂੰ ਭਾਣਾ ਮੰਨਣ ਦਾ ਉਹਨਾਂ ਨੂੰ ਅੰਦਰ ਹੌਸਲਾ ਆ ਜਾਂਦਾ। ਉਹਨਾਂ ਨੂੰ ਟਿਕਾਵ ਮਨ 'ਚ ਨਹੀਂ ਆ ਰਿਹਾ ਹੁੰਦਾ ਨਾ ਸੰਗਤ ਜੀ, ਉਹਨਾਂ ਦੇ ਮਨ 'ਚ ਧੀਰਜ ਆ ਜਾਂਦਾ, ਟਿਕਾਵ ਆ ਜਾਂਦਾ। ਤੇ ਉਹ ਕਹਿੰਦੇ ਨੇ ਪਾਤਸ਼ਾਹ ਨੇ ਕਿਰਪਾ ਭਰੀ ਜਦੋਂ ਨਜ਼ਰ ਪਾ ਦਿੰਦੇ ਨੇ ਉਹਨਾਂ ਦੇ ਉੱਤੇ, ਕਹਿੰਦੇ ਉਹਨਾਂ ਤੋਂ ਟਿਕਾਵ ਆ ਗਿਆ। ਤੇ ਫਿਰ ਜਦੋਂ ਥੋੜੇ ਸੰਭਲਦੇ ਨੇ, ਟਿਕਾਵ ਆ ਜਾਂਦਾ, ਫਿਰ ਮਾਤਾ ਜੀ ਕਹਿੰਦੇ ਆ ਤੁਹਾਡੇ ਤੋਂ ਸਿਆਣਾ ਹੋਰ ਕੌਣ ਹੋ ਸਕਦਾ ਪਾਤਸ਼ਾਹ, ਤੁਸੀਂ ਜੋ ਕਰਦੇ ਹੋ, ਤੁਸੀਂ ਜੋ ਕਹਿੰਦੇ ਹੋ, ਤੁਸੀਂ ਜੋ ਸੋਚਦੇ ਹੋ, ਉਸੇ ਵਿੱਚ ਹੀ ਸਰਬਤ ਦਾ ਭਲਾ ਹੁੰਦਾ ਹੈ। ਤੇ ਇਹ ਸਾਰੀਆਂ ਗੱਲਾਂ ਦੇ ਨਾਲ ਜਦੋਂ ਸੰਗਤ ਜੀ ਫਿਰ ਪਾਤਸ਼ਾਹ ਆਪਣੇ ਹੱਥ ਮੂੰਹ ਧੋਂਦੇ ਨੇ, ਹੱਥ ਮੂੰਹ ਧੋ ਕੇ ਫਿਰ ਪਲੰਗ ਤੇ ਉਹ ਵਿਸ਼ਰਾਮ ਕਰਨ ਲੱਗ ਪੈਂਦੇ ਨੇ, ਰਾਤ ਪੈ ਜਾਂਦੀ ਹੈ। ਤੇ ਸੰਗਤ ਜੀ ਸ਼ਰੀਰੀ ਰੂਪ ਦੇ ਨਾਲ ਤੇ ਪਾਤਸ਼ਾਹ ਲੇਟ ਜਾਂਦੇ ਨੇ, ਪਰ ਗੁਰੂ ਤੇ ਸੰਗਤ ਜੀ ਰਾਤ ਦਿਨ ਜਾਗਦਾ ਰਹਿੰਦਾ ਹੈ, ਦਿਨ ਚੜ੍ਹਦਾ ਹੈ। ਪਾਤਸ਼ਾਹ ਆਪਣੇ ਨਿਤਨੇਮ ਦੇ ਹਿਸਾਬ ਨਾਲ, ਰੋਜ਼ ਨਿਤ ਕਿਰਿਆ ਦੇ ਹਿਸਾਬ ਦੇ ਨਾਲ ਪਾਤਸ਼ਾਹ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਣੀ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਮਾਧੀ ਲਗਾਉਂਦੇ ਨੇ। ਸਮਾਧੀ ਲਗਾ ਕੇ ਫਿਰ ਆਪਣੇ ਨਾਲ ਸੰਗਤ ਜੀ 5 ਸਿੱਖ ਤਿਆਰ ਕਰਦੇ ਨੇ। ਕਿਹੜੇ 5 ਸਿੱਖ ਤਿਆਰ ਕਰਦੇ ਨੇ ਸੰਗਤ ਜੀ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਆਪਣੇ ਨਾਲ 5 ਸਿੱਖ ਲੈ ਕੇ ਗਏ, ਗੁਰੂ ਤੇਗ ਬਹਾਦਰ ਸਾਹਿਬ ਵੀ 5 ਸਿੱਖ ਲੈ ਕੇ ਗਏ, 10ਵੇਂ ਪਾਤਸ਼ਾਹ ਨੇ ਵੀ 5 ਪਿਆਰੇ ਸਾਜੇ, 5 ਕੀਤੇ, ਕਿਉਂਕਿ ਸੰਗਤ ਜੀ ਇੱਕ ਸਿੱਖ ਹੁੰਦਾ ਹੈ, 2 ਸਾਧ ਸੰਗ ਹੁੰਦੇ ਨੇ, ਇੱਕ ਸਿੱਖ 2 ਸਾਧ ਸੰਗ, 5 ਪਰਮੇਸ਼ਵਰ। ਜਿੱਥੇ 5 ਸਿੱਖ ਹੁੰਦੇ ਨੇ ਉੱਥੇ ਪਰਮੇਸ਼ਵਰ ਹੁੰਦਾ ਹੈ। ਤੇ ਪਾਤਸ਼ਾਹ ਨੇ 5 ਸਿੱਖ ਲਿੱਤੇ ਆਪਣੇ ਨਾਲ। 5 ਸਿੱਖ ਕੌਣ ਸੀ? ਬਾਬਾ ਬਿਧੀ ਚੰਦ ਜੀ, ਬਾਬਾ ਜੇਠਾ ਜੀ ਜੋ ਕਿ ਬੜੇ ਵੱਡੇ ਸੂਰਮੇ ਸੀ ਸੰਗਤ ਜੀ, ਭਾਈ ਲੰਗਾ ਜੀ, ਸੰਗਤ ਜੀ ਇਹਨਾਂ ਦੀ ਛੋਟੀ ਜਿਹੀ ਸਾਖੀ ਅਸੀਂ ਕੀਤੀ ਸੀ, ਭਾਈ ਲੰਗਾ ਜੀ, ਭਾਈ ਪਿਰਾਣਾ ਜੀ ਔਰ ਭਾਈ ਪੈੜਾ ਜੀ। 5 ਸਿੱਖ ਪਾਤਸ਼ਾਹ ਆਪਣੇ ਨਾਲ ਤਿਆਰ ਕਰਦੇ ਨੇ। ਔਰ ਹੁਣ
ਮਾਤਾ ਜੀ ਵੀ ਮਤਲਬ ਉਹਨਾਂ ਚ ਵੀ ਵਿਰਾਗ ਥੋੜਾ ਉਹ ਹੋ ਜਾਂਦਾ ਹੈ, ਹੁਣ ਵਿਰਾਗ ਨਹੀਂ ਕਰਦੇ ਤੇ ਇਹ ਸਾਰੇ ਜਾਣੇ ਤਿਆਰ ਹੁੰਦੇ ਨੇ ਤੇ ਪਾਤਸ਼ਾਹ ਫਿਰ ਜਾਂਦੇ ਨੇ ਹਰਮੰਦਰ ਸਾਹਿਬ ਮੱਥਾ ਟੇਕਣ। ਜਦੋਂ ਸਾਰੇ ਜਾਣੇ ਉੱਠਦੇ ਨੇ ਔਰ ਪਾਤਸ਼ਾਹ ਉਸ ਤੋਂ ਪਹਿਲਾਂ ਸਾਰਿਆਂ ਨੂੰ ਕੀ ਕਹਿੰਦੇ ਨੇ, ਬਾਕੀਆਂ ਨੂੰ, ਕਿਉਂਕਿ ਹੋਰ ਕਿਸੇ ਨੂੰ ਪਾਤਸ਼ਾਹ ਨੇ ਨਹੀਂ ਦੱਸਿਆ ਹੁੰਦਾ ਕਿ ਉਹ ਸ਼ਹੀਦੀ ਦੇਣ ਜਾ ਰਹੇ ਨੇ। ਸਿਰਫ ਪਤਾ ਹੁੰਦਾ ਹੈ ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਮਾਤਾ ਜੀ ਨੂੰ ਔਰ ਸ਼੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ। ਬਸ ਇਹਨਾਂ ਨੂੰ ਪਤਾ ਹੁੰਦਾ, ਹੋਰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਪਾਤਸ਼ਾਹ ਸ਼ਹੀਦੀ ਦੇਣ ਵਾਸਤੇ ਜਾ ਰਹੇ ਨੇ। ਤੇ ਸੰਗਤ ਜੀ ਸਾਰਿਆਂ ਨੂੰ ਕਹਿੰਦੇ ਨੇ, ਸਿੱਖ ਵੀ ਨਾਲ ਹੁੰਦੇ ਨੇ ਜਦੋਂ ਲਾਹੌਰ ਜਾਣ ਵਾਸਤੇ ਤਿਆਰ ਹੁੰਦੇ ਨੇ, ਤੇ ਸਿੱਖ ਵੀ ਪਾਤਸ਼ਾਹ ਸਾਰਿਆਂ ਨੂੰ ਕੀ ਕਹਿੰਦੇ ਨੇ, ਕਹਿੰਦੇ ਆ ਸਾਡੇ ਤੋਂ ਪਿੱਛੇ ਹਰਮੰਦਰ ਸਾਹਿਬ ਦੀ ਰਹਿਣਾ, ਗੁਰੂ ਨਾਨਕ ਪਾਤਸ਼ਾਹ ਤੁਸੀਂ ਯਾਦ ਕਰਦੇ ਰਹਿਣਾ। ਪਾਤਸ਼ਾਹ ਮਹਿਲਾਂ ਚੋਂ ਆਉਂਦੇ ਨੇ, ਜਾਂਦੇ ਨੇ ਹਰਮੰਦਰ ਸਾਹਿਬ, ਮੱਥਾ ਟੇਕਦੇ ਨੇ। ਇੱਕ ਤੇ ਹਰਮੰਦਰ ਸਾਹਿਬ ਗੁਰੂ ਘਰ ਹੁੰਦਾ ਹੈ, ਉੱਪਰੋਂ ਪਿਤਾ ਦਾ ਸਥਾਨ ਵੀ ਦੀ ਭਾਵਨਾ ਵੀ ਮਨ ਚ ਹੁੰਦੀ ਹੈ। ਪਾਤਸ਼ਾਹ ਉੱਥੇ ਮੱਥਾ ਟੇਕਦੇ ਨੇ, ਹਰਮੰਦਰ ਸਾਹਿਬ ਤੋਂ ਨਿਕਲਦੇ ਨੇ ਔਰ ਸਾਰੀ ਸੰਗਤ ਪਾਤਸ਼ਾਹ ਨੂੰ ਛੱਡਣ ਆਂਦੀ ਹੈ। ਤੇ ਜਦੋਂ ਪਿੱਛੇ ਜਾ ਰਹੇ ਹੁੰਦੇ ਨੇ, ਸੰਗਤ ਆਂਦੀ ਹੈ ਤੇ ਪਾਤਸ਼ਾਹ ਫਿਰ ਸੰਗਤ ਨੂੰ ਕੀ ਸਿੱਖਿਆ ਦਿੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਾਰਿਆਂ ਨੇ ਹਰਗੋਬਿੰਦ ਸਾਹਿਬ ਜੀ ਦੀ ਤੁਸੀਂ ਆਗਿਆ ਅਨੁਸਾਰ ਰਹਿਣਾ ਹੈ। ਮੇਰੇ ਪਿੱਛੋਂ ਤੁਸੀਂ ਸਾਰਿਆਂ ਨੇ ਮਿਲ ਕੇ ਰਹਿਣਾ ਹੈ। ਤੁਸੀਂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਪਰਸਨ ਕਰਨੇ ਨੇ। ਇਹ ਸਿੱਖਿਆ ਸਾਰੀ ਸੰਗਤ ਨੂੰ ਦੇ ਰਹੇ ਨੇ। ਔਰ ਫਿਰ ਸੰਗਤ ਔਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕੀ ਕਹਿੰਦੇ ਨੇ, ਕਹਿੰਦੇ ਨੇ ਤੁਸੀਂ ਬਾਬਾ ਬੁੱਢਾ ਜੀ ਅਨੁਸਾਰ ਰਹਿਣਾ ਹੈ। ਬਾਬਾ ਬੁੱਢਾ ਜੀ ਅਨੁਸਾਰ ਤੁਸੀਂ ਆਪਣਾ ਜੀਵਨ ਬਤੀਤ ਕਰਨਾ ਹੈ ਔਰ ਜੋ ਉਹ ਕਹਿ ਦੇਣ ਤੁਸੀਂ ਉਹਨਾਂ ਦੀ ਆਗਿਆ ਮੰਨਣੀ ਹੈ ਔਰ ਉਹਨਾਂ ਦੇ ਅੱਗੇ ਤੁਸੀਂ ਅੜਨਾ ਨਹੀਂ ਹੈ। ਜੋ ਉਹ ਕਹਿਣ ਉਹਨੂੰ ਮੰਨਣਾ ਹੈ। ਤੇ ਸੰਗਤ ਕਿਹਦਾ ਮੰਨੇਗੀ ਕਹਿਣਾ? ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ। ਔਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਉਹ ਕਹਿੰਦੇ ਨੇ ਕਿ ਤੁਸੀਂ ਬਾਬਾ ਬੁੱਢਾ ਜੀ ਅਨੁਸਾਰ ਤੁਸੀਂ ਰਹਿਣਾ ਹੈ। ਸਾਰੇ ਬਚਨ ਸੁਣਦੇ ਨੇ। ਇਹ ਸਭ ਹੁਣ ਸੰਗਤ ਜੀ, ਸੰਗਤਾਂ ਦੂਰ ਤੱਕ ਜਾਂਦੀਆਂ ਨੇ ਛੱਡਣ, ਕੁਝ ਕੋ ਅੱਗੇ ਤੱਕ ਜਾਂਦੇ ਨੇ। ਜਦੋਂ ਅੱਗੇ ਜਾਂਦੇ ਨੇ ਤੇ ਉਹ ਕਹਿੰਦੇ ਨੇ, ਪਾਤਸ਼ਾਹ ਕਹਿੰਦੇ ਨੇ ਹੁਣ ਤੁਸੀਂ ਅੰਮ੍ਰਿਤਸਰ ਵੱਲ ਵਾਪਸ ਚਲੇ ਜਾਓ। ਸੰਗਤ ਜੀ ਜਦੋਂ ਅੰਮ੍ਰਿਤਸਰ ਵੱਲ ਵਾਪਸ ਜਾਂਦੇ ਨੇ ਤੇ ਸੰਗਤ ਕਹਿੰਦੀ ਹੈ, ਕਹਿੰਦੀ ਪਾਤਸ਼ਾਹ ਤੁਹਾਡੇ ਨਾਲ ਥੋੜਾ ਦੂਰ ਅਸੀਂ ਹੋਰ ਆਈਏ। ਪਾਤਸ਼ਾਹ ਕਹਿੰਦੇ ਨਹੀਂ, ਹੁਣ ਤੁਸੀਂ ਅੰਮ੍ਰਿਤਸਰ ਵੱਲ ਵਾਪਸ ਜਾਓ। ਉੱਥੇ ਬਾਬਾ ਬੁੱਢਾ ਜੀ ਦੇਖੀ ਜਾ ਰਹੇ ਨੇ, ਰੱਜ ਰੱਜ ਕੇ ਦਰਸ਼ਨ ਕਰੀ ਜਾ ਰਹੇ ਨੇ, ਕਿਉਂਕਿ ਬਾਬਾ ਬੁੱਢਾ ਜੀ ਨੂੰ ਪਤਾ ਹੈ ਕਿ ਸਰੀਰਿਕ ਰੂਪ ਤੇ ਹੁਣ ਉਹਨਾਂ ਦੇ ਦਰਸ਼ਨ ਨਹੀਂ ਹੋਣੇ। ਸੰਗਤ ਜੀ ਤੇ ਸਾਰੀ ਸੰਗਤ ਉੱਥੇ ਚਲੀ ਜਾਂਦੀ ਹੈ। ਪਾਤਸ਼ਾਹ ਆਪਣੀ ਸ਼ਕਤੀ, ਆਪਣੇ ਭਗਤੀ, ਆਪਣੇ ਪੁੱਤਰ ਚ, ਆਪਣੀ ਜੋਤ ਆਪਣੇ ਪੁੱਤਰ ਚ ਰੱਖ ਕੇ ਪਾਤਸ਼ਾਹ ਲਾਹੌਰ ਵੱਲ ਨੂੰ ਜਦੋਂ ਤੁਰਦੇ ਨੇ, ਔਰ ਤੁਰਨ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਕਹਿੰਦੇ ਨੇ, ਕਹਿੰਦੇ ਤੁਸੀਂ ਜਾਓ ਗੋਇੰਦਵਾਲ ਸਾਹਿਬ ਜਾਓ ਔਰ ਉੱਥੇ ਸਾਡੇ ਭਰਾ ਅਰਥਮਲ ਜੀ ਰਹਿੰਦੇ ਨੇ, ਉਹਨਾਂ ਨੂੰ ਕਹੋ ਕਿ ਅਸੀਂ ਲਾਹੌਰ ਵੱਲ ਜਾ ਰਹੇ ਹਾਂ ਤੇ ਤੁਸੀਂ ਉੱਥੇ ਲਾਹੌਰ ਆ ਕੇ ਤੁਸੀਂ ਸਾਨੂੰ ਮਿਲੋ। ਔਰ ਇਹ ਤੁਸੀਂ ਸ਼ਾਮ ਤੱਕ, ਤੁਸੀਂ ਅੱਜ ਦੇ ਅੱਜ ਹੀ ਗੋਇੰਦਵਾਲ ਸਾਹਿਬ ਤੁਸੀਂ ਪਹੁੰਚਣਾ ਹੈ। ਤੇ ਸੰਗਤ ਜੀ ਇਹ ਸੁਣ ਕੇ ਹੀ ਉਹ ਸਿੱਖ ਉਸੇ ਸਮੇਂ ਜਲਦੀ ਤੋਂ ਜਲਦੀ ਉਹ ਗੋਇੰਦਵਾਲ ਸਾਹਿਬ ਨੂੰ ਉਹ ਸਿੱਖ ਚਲਾ ਜਾਂਦਾ ਹੈ। ਪਾਤਸ਼ਾਹ ਲਾਹੌਰ ਵੱਲ ਨੂੰ ਤੁਰ ਪੈਂਦੇ ਨੇ। ਰਸਤੇ ਦੇ ਵਿੱਚ ਸੰਗਤ ਜੀ ਇੱਕ ਪੜਾਵ ਆਂਦਾ ਹੈ, ਪਾਤਸ਼ਾਹ ਉੱਥੇ ਰੁਕਦੇ ਨੇ, ਫਿਰ ਅੱਗੇ ਪਾਤਸ਼ਾਹ ਉੱਥੇ ਤੁਰ ਪੈਂਦੇ ਨੇ। ਫਿਰ ਸੰਗਤ ਜੀ ਜੋ ਬਾਬਾ ਅਰਥਮਲ ਜੀ ਹੁੰਦੇ ਨੇ, ਇਹ ਕੌਣ ਹੁੰਦੇ ਨੇ? ਗੁਰੂ ਅਮਰਦਾਸ ਜੀ ਦੇ ਪੋਤਰੇ। ਤੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਜਾ ਕੇ ਉਹਨਾਂ ਨੂੰ ਇਤਲਾ ਕਰੋ ਕਿ ਸਾਨੂੰ ਆ ਕੇ ਉੱਥੇ ਲਾਹੌਰ ਆ ਕੇ ਮਿਲਣ। ਜਦੋਂ ਸਿੱਖ ਉੱਥੇ ਜਾਂਦਾ ਹੈ ਤੇ ਉੱਥੇ ਜਾ ਕੇ ਬਾਬਾ ਅਰਥਮਲ ਜੀ ਨੂੰ ਮਿਲਦੇ ਨੇ। ਅਰਥਮਲ ਜੀ ਨੂੰ ਕਹਿੰਦੇ ਨੇ ਗੁਰੂ ਜੀ ਨੇ ਮੈਨੂੰ ਆਪ ਜੀ ਪਾਸ ਭੇਜਿਆ ਹੈ ਔਰ ਉਹਨਾਂ ਦਾ ਸੁਨੇਹਾ ਲੈ ਕੇ ਆਇਆ ਹਾਂ ਕਿ ਉਹਨਾਂ ਨੇ ਚਾਲੇ ਪਾਏ ਨੇ ਲਾਹੌਰ ਵੱਲ ਤੇ ਆਪ ਜੀ ਨੂੰ ਕਿਹਾ ਹੈ ਕਿ ਲਾਹੌਰ ਆ ਕੇ ਉਹਨਾਂ ਨੂੰ ਮਿਲੋ।
बाबा अर्थमल जी एकदम हैरान हो जाते ने, कहंदे एक ही गुरु जी ने एकदम फुरना बना लिया है लाहौर जान दा। उन्हां नूं चिंता पै जांदी है, कहंदे ये की गल हो गई, अचानक उन्हां दा क्यों जाना पै गया। सिख कहंदा पातशाह आप जी नूं बड़ा याद कर रहे सी और आप जी नूं उन्हां ने कहा है कि जिन्नी जल्दी हो सके उन्हां नूं आके मिलो। ते फिर संगत जी सारा परिवार इकट्ठा हो जाता अर्थमल जी दा। सारे सोचते ने ये की हो गया, ये की हो गया, क्योंकि जब तक उत्थे पहुंचते ने शाम पै चुकी हुंदी है। ते सारी रात ऐसे सोच दे विच निकल जाती है, नींद किसी नूं नहीं आंदी। सोचते ने एकदम अचानक पातशाह ने क्यों, सिख नूं पुछदे ने कि कुछ ते पता होएगा, पातशाह ने अचानक ये क्यों जान दा सोच लिया। ते सिख कहंदा है कि इन्ना ते पता नहीं, पर बादशाह दी एक चिट्ठी जरूर आई सी। ਉਹ चिट्ठी पढ़ के पातशाह ने कहा ਅਸੀਂ आप बादशाह ਨੂੰ जाके मिलांगे। ते संगत जी इस दे विच ओ दिन चढ़ जाता है, दिन चढ़ जाता है ते पातशाह उधरों निकल जाते ने लाहौर जान वाल, ये इधरों दी निकल जाते ने अर्थमल जी लाहौर दे वाल। उथे संगत जी समय हो गया है, अब मैं सोच रही हूँ इत्थे ही समाप्त कर दिए, फिर अगली हाली साखियां ये 3-4 हफ्ते कंटिन्यू होएगी। ते उत्थे फिर पातशाह लाहौर वाल नूं चले जांदे ने और अर्थमल जी भी पातशाह नूं मिलण वास्ते लाहौर वाले पासे जांदे ने और इत्थे पातशाह भी लाहौर पहुंच जांदे ने। ते संगत जी इत्थे ही असी अज दी कथा समाप्त करदे हां। ते फिर उत्थे की गल हुंदी है, पातशाह की सिक्ख्या दिंदे ने, लाहौर च किन्नू किन्नू पातशाह किदा उद्धार करदे ने, ये फिर असी अगले सैटरडे अगली साखी दे विच असी कंटिन्यू करांगे। संगत जी एनी जी सेवा प्रवान करना। आओ हुण असी शब्द पढ़दे हां। साची प्रीत न टूटे प्यारे, जुग जुग रही समाए। साची प्रीत न टूटे प्यारे, जुग जुग रही समाए। जुग जुग रही समाए। जुग जुग रही समाए। साची प्रीत न टूटे प्यारे, जुग जुग रही समाए। साची प्रीत जन्म मरण दुख कटिए प्यारे, जब पेटे हर राए। जन्म मरण दुख कटिए प्यारे, जब पेटे हर राए। सुंदर सुकर सुजान प्रभ मेरा, जीवन दर्श दिखाए। सुंदर सुकर सुजान प्रभ मेरा, जीवन दर्श दिखाए। साची प्रीत न टूटे प्यारे, जुग जुग रही समाए।
जी तुझते बिछरे प्यारे, जन्म मरे बिख खाए। जो जी तुझते बिछरे प्यारे, जन्म मरे बिख खाए। जिस तू मिले सो मिले प्यारे, जिसके लागो पाए। जिस तो मिले है सो मिले प्यारे, जिसके लागो पाए। साची प्रीत न टूटे प्यारे, जुग जुग रही समाए। साची प्रीत जो सुख दर्शन पेखते प्यारे, सुख ते कहण न जाए। जो सुख दर्शन पेखते प्यारे, सुख ते कहण न जाए। साची प्रीत न टूटे प्यारे, जुग जुग रहे समाए। जो तुद पावे सो भला प्यारे, तेरी अमर रजाए। जो तुद पावे सोई भला प्यारे, तेरी अमर रजाए। नानक रंग राते नारायण प्यारे, माते सहज सुभाए। नानक रंग रते नारायण प्यारे, समाते सहज सुभाए। साची प्रीत न टूटे प्यारे, जुग जुग रहे समाए। साची प्रीत न टूटे प्यारे, जुग जुग रहे समाए। जुग जुग रहे समाए। जुग जुग रहे समाए। साची प्रीत। वाहेगुरु। वाहेगुरु जी का खालसा, वाहेगुरु जी की फतेह। भुलां चुकां दी खिमा कर देना संगत जी। वाहेगुरु जी का खालसा, वाहेगुरु जी की फतेह।